ਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਗਾਵਹਿ ਰਾਗ ਭਾਂਤ ਬਹੁ ਬੋਲਹਿ ਇਹ ਮਨੁਆ ਖੇਲੈ ਖੇਲ। ਜੋ ਵਹਿ ਕੂਪ ਸਿੰਚਨ ਕੋ ਬਸੁਦਾ ਉਠ ਬੈਲ ਗਏ ਚਰ ਬੇਲ। ਗਾਵਹਿ ਰਾਗ ਭਾਂਤ ਬਹੁ ਬੋਲਹਿ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕੋਈ ਰਸਨਾ ਵਾਂਝੀ ਨਾ ਰਹੇ ਸੁਰਤੀਆਂ ਬਿਰਤੀਆਂ ਇਕਾਗਰ ਕਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਬੈਠੇ ਹੋ। ਆਓ ਪਹਿਲਾਂ ਰਲ ਕੇ ਅਰਦਾਸ ਕਰੀਏ, ਮਹਾਰਾਜ ਸਾਡੇ ਮਨਾਂ ਨੂੰ ਇਕਾਗਰਤਾ ਬਖਸ਼ਿਸ਼ ਕਰਨ ਜੀ। ਸੁਰਤੀਆਂ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਹਨ। ਬੜਾ ਵੱਡਾ ਜਸ ਪ੍ਰਤਾਪ, ਜਿਹੜੀ ਅਧਿਆਤਮਕ ਸੈਨਾ ਮਹਾਰਾਜ ਜੀ ਦੀ, ਉਹ ਸਾਰੀ ਆਪ ਜੀ ਨੇ ਸੰਗਤ ਜੀ ਪਿਛਲੇ ਦਿਨਾਂ ਵਿੱਚ ਸਰਵਣ ਕੀਤੀ ਹੈ। ਗੁਰੂ ਜੀ ਦਾ ਬਹੁਤ ਵੱਡਾ ਪ੍ਰਤਾਪ ਹੈ, ਬਹੁਤ ਵੱਡਾ ਪ੍ਰਤਾਪ ਹੈ। ਇਸ ਪ੍ਰਤਾਪ ਦੀਆਂ ਜਿਹੜੀਆਂ ਖਬਰਾਂ ਨੇ ਬਹੁਤ ਦੂਰ ਦੂਰ ਤੱਕ ਫੈਲੀਆਂ ਤੇ ਸਿੱਧਾਂ ਨੂੰ ਪਤਾ ਲੱਗਾ ਵੀ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਬੈਠੇ ਹਨ। ਤੇ ਤੁਸੀਂ ਸੁਣਿਆ ਫਿਰ ਜਿਹੜੇ ਸਿੱਧ ਨੇ ਉਹ ਗੁਰੂ ਸਾਹਿਬ ਜੀ ਦੀ ਪ੍ਰੀਖਿਆ ਲੈਣ ਵਾਸਤੇ ਆਏ ਜੀ। ਹਾਂਜੀ, ਸਿੱਧਾਂ ਦਾ ਕੰਮ ਸੀਗਾ ਜੀ ਗਿਆਨ ਚਰਚਾ ਕਰਨੀ, ਵੇਖਣਾ ਕੌਣ ਕਿੱਥੇ ਤੁਰਿਆ ਫਿਰਦਾ ਹੈ ਜੀ। ਸਿੱਧਾਂ ਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਤੁਹਾਡੇ ਸਿੱਖ ਜਿਹੜੇ ਆ ਨਾ, ਇਹ ਯੋਗ ਸਾਧਨਾ ਨਹੀਂ ਕਰਦੇ। ਯੋਗ ਸਾਧਨਾ ਤੋਂ ਬਗੈਰ ਮਨ ਨਹੀਂ ਟਿਕਦਾ। ਜੇ ਮਨ ਨਹੀਂ ਟਿਕਿਆ ਤੇ ਆਤਮਾ ਦਾ ਨਹੀਂ ਪਤਾ ਲੱਗਣਾ। ਜੇ ਆਤਮਾ ਦੀ ਸੋਝੀ ਨਹੀਂ ਹੋਈ ਤੇ ਜੁਗਤੀ ਦਾ ਨਹੀਂ ਪਤਾ ਲੱਗਣਾ। ਜੇ ਜੁਗਤ ਨਾ ਹੋਈ ਬੰਦੇ ਕੋਲ ਤੇ ਬੰਧਨਾਂ 'ਚ ਪਏ ਰਹਿਣਾ ਤੇ ਜੰਮਣ ਮਰਨ ਬਣਦਾ ਰਹਿਣਾ ਜੀ। ਸੁਣਨ ਵਿੱਚ ਤੇ ਗੱਲਾਂ ਬੜੀਆਂ ਸੋਹਣੀਆਂ ਲੱਗਦੀਆਂ ਜੀ, ਪਰ ਇਹਦੇ ਪਿੱਛੇ ਭਾਵ ਹੋਰ ਹੈ ਜੀ। ਜਿਸ ਤਰੀਕੇ ਨਾਲ ਅੱਜ ਵੀ ਸਾਡੇ ਕਈ ਪ੍ਰਚਾਰਕ ਜਿਹੜੇ ਆ ਨਾ ਜੀ, ਉਹਨਾਂ ਦੀਆਂ ਗੱਲਾਂ ਸੁਣੋ, ਸੁਣਨ ਵਿੱਚ ਤੇ ਬੜੀਆਂ ਸੋਹਣੀਆਂ ਲੱਗਦੀਆਂ ਜੀ, ਪਰ ਵਿੱਚ ਕੁਝ ਹੋਰ ਗੱਲ ਹੁੰਦੀ ਹੈ ਜੀ। ਵਿੱਚ ਉਹ ਆਪਣਾ ਹੀ ਮਸਾਲਾ ਦੇ ਰਹੇ ਹੁੰਦੇ ਆ, ਲੋਕਾਂ ਨੂੰ ਅਸ਼ਰਦਕ ਬਣਾਉਂਦੇ ਹੁੰਦੇ ਆ, ਕਿੰਤੂ ਪਰੰਤੂ ਸਾਡੇ ਮਨਾਂ ਵਿੱਚ ਵਾੜਦੇ ਆ। ਤੇ ਮਾਨੋ ਸ਼ੰਕਾ ਦਾ ਨਾ ਜੀ, ਸ਼ੰਕਾ ਰੂਪੀ ਕਾਂਜੀ ਸਾਡੀ ਸੁਰਤ ਵਿੱਚ ਵਾੜ ਕੇ ਤੇ ਸ਼ਰਧਾ ਰੂਪੀ ਦੁੱਧ ਨੂੰ ਖਰਾਬ ਕਰਦੇ ਆ ਜੀ। ਉਹ ਸੁਣਨ ਨੂੰ ਤੇ ਸਿੱਧਾਂ ਦੀਆਂ ਗੱਲਾਂ ਬੜੀਆਂ ਸੋਹਣੀਆਂ ਲੱਗਦੀਆਂ, ਪਰ ਪੂਰੇ ਗੁਰੂ ਜੀ ਜਾਣਦੇ ਆ ਵੀ ਇਹ ਸਿੱਧ ਜਿਹੜੇ ਨਾ, ਇਹ ਗੱਲਾਂ ਉਤੋਂ ਕਰ ਰਹੇ ਆ। ਅਸਲ ਵਿੱਚ ਸਿੱਧਾਂ ਦੇ ਮਨ ਦੀ ਗੱਲ ਹੋਰ ਹੈ ਤੇ ਸਿੱਧ ਬੋਲ ਕੁਝ ਹੋਰ ਰਹੇ ਆ ਜੀ। ਬਾਹਰ ਵਾਲਿਆਂ ਨੂੰ ਆਖੋ ਹੌਲੀ ਬੋਲੋ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਜੋ ਉੱਤਰ ਦਿੱਤੇ ਉਹ ਤੁਸੀਂ ਸੁਣੇ। ਮਹਾਰਾਜ ਕਹਿਣ ਲੱਗੇ, ਭਾਈ ਮੁੱਖ ਮਸਲਾ ਰੱਬ ਦਾ ਨਾਮ ਜਪਣ ਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਨਾਮ ਜਪਦਿਆਂ ਜਪਦਿਆਂ ਨਾ ਜੀ ਅੰਦਰ ਪ੍ਰੇਮਾ ਭਗਤੀ ਪੈਦਾ ਹੋਣੀ ਹੈ ਜੀ। ਜਦੋਂ ਉਹ ਪ੍ਰੇਮਾ ਭਗਤੀ ਪੈਦਾ ਹੋ ਗਈ ਨਾ ਜੀ, ਫਿਰ ਸਾਧ ਸੰਗਤ ਜੀ ਅੱਠੇ ਪੈਰ ਰੱਬ ਨਾਲ ਧਿਆਨ ਲੱਗੇ ਰਹਿਣਾ ਤੇ ਵਿਕਾਰ ਵੀ ਛੁੱਟ ਜਾਣੇ ਆ, ਰਿੱਧੀਆਂ ਸਿੱਧੀਆਂ ਵੀ ਆ ਜਾਣੀਆਂ। ਪਰ ਜੇ ਤੇ ਬੰਦਾ ਰਿੱਧੀਆਂ ਸਿੱਧੀਆਂ ਵਾਲੇ ਪਾਸੇ ਜਾਏਗਾ ਫਿਰ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਜੀ। ਛੋਟੀ ਜੀ ਗੱਲ ਕਹਿ ਦੇਣਾ, ਆਪਾਂ ਲੜੀਵਾਰ ਕਥਾ ਸੁਣਨੀ ਹੈ। ਰਿੱਧੀਆਂ ਸਿੱਧੀਆਂ ਦਾ ਕਿਵੇਂ ਜੀ? ਤੁਸੀਂ ਜ਼ਿਆਦਾ ਬਾਣੀ ਪੜ੍ਹੋ ਜੀ। ਮੰਨ ਲਓ ਕੋਈ ਸਿੱਖ ਇੱਕ ਦਿਨ ਦੇ 5 ਵਾਰ ਸੁਖਮਣੀ ਸਾਹਿਬ ਦਾ ਪਾਠ ਕਰ ਲਏ ਜੀ। ਕਈ 52 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦੇ ਆ। ਉਹ ਫਿਰ ਪਤਾ ਕੀ ਹੁੰਦਾ ਜੀ, ਜੋ ਬੰਦਾ ਬੋਲੇ ਉਹ ਸੱਚ ਹੋਣ ਲੱਗ ਪੈਂਦਾ ਹੈ ਜੀ। ਹਾਂਜੀ, ਕਿਸੇ ਨੂੰ ਕੁਝ ਕਹਿ ਤਾ ਉਹ ਗੱਲ ਸੱਚੀ ਹੋਣ ਲੱਗ ਪੈਣੀ ਜੀ। ਤੇ ਬਹੁਤ ਬੰਦੇ ਇੱਥੇ ਹੀ ਰੁਕ ਜਾਂਦੇ ਵੀ ਵਾਹ ਵਾਹ ਸਾਡੀਆਂ ਤੇ ਗੱਲਾਂ ਸੱਚੀਆਂ ਹੋਣ ਲੱਗ ਪਈਆਂ ਜੀ। ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਜੀ, ਇਹ ਬਹੁਤ ਛੋਟੀ ਗੱਲ ਹੈਗੀ ਆ ਜੀ। ਇਸੇ ਨੂੰ ਰਿੱਧੀ ਸਿੱਧੀ ਕਹਿੰਦੇ ਆ ਜੀ। ਬੰਦਾ ਰਿੱਧੀਆਂ ਸਿੱਧੀਆਂ ਵਿੱਚ ਫਸ ਜਾਂਦਾ ਜੀ। ਜੇ ਇਹਨਾਂ ਗੱਲਾਂ ਵੱਲ ਧਿਆਨ ਨਾ ਦੇਵੇ ਤੇ ਰੱਬ ਦਾ ਨਾਮ ਜਪੀ ਜਾਵੇ ਬੰਦਾ ਤਗੜਾ ਹੋ ਕੇ ਬੜੀ ਵੱਡੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਜੀ। ਕਈ ਗੁਰਮੁਖ ਲੱਗੇ ਨੇ, ਦੱਸਦੇ ਹੀ ਕਿਸੇ ਨੂੰ ਕੁਝ ਨਹੀਂ, ਲੱਗੇ ਹੀ ਰਹਿੰਦੇ ਸਾਧ ਸੰਗਤ ਜੀ ਤੇ ਬੜੀ ਵੱਡੀ ਪ੍ਰਾਪਤੀ ਕਰ ਲੈਂਦੇ ਆ। ਹੋਰ ਜਨਮ ਕਿਸ ਕੰਮ ਨਹੀਂ ਮਿਲਿਆ ਜੀ। ਰਿੱਧੀਆਂ ਸਿੱਧੀਆਂ ਵਿੱਚ ਪੈ ਕੇ ਜਨਮ ਜਿਹੜਾ ਉਹ ਵਿਅਰਥ ਹੁੰਦਾ ਹੈ ਜੀ, ਵਿਅਰਥ ਹੁੰਦਾ ਹੈ। ਰਿੱਧੀ ਸਿੱਧੀ ਨਾਮ ਦੀ ਦਾਸੀ ਹੈ, ਪਰ ਇਹ ਨਾਮ ਤੋਂ ਤੋੜ ਦਿੰਦੀ ਬੰਦੇ ਨੂੰ ਜੀ। ਮਹਾਰਾਜ ਗਰੀਬ ਨਵਾਜ ਜੀ ਨੇ ਬੜੇ ਬਚਨ ਉਹਨਾਂ ਨੂੰ ਦੱਸੇ ਜੀ, ਤੇ ਫਿਰ ਸ਼ਬਦ ਉਚਾਰਿਆ ਮਹਾਰਾਜ ਨੇ। ਉਹ ਸ਼ਬਦ ਦੀਆਂ 4 ਪੰਕਤੀਆਂ ਤੁਸੀਂ ਸੁਣਦੀਆਂ ਸਨ ਤੇ ਸਾਧ ਸੰਗਤ ਜੀ ਪਿੱਛੇ 6 ਪੰਕਤੀਆਂ ਰਹਿ ਗਈਆਂ ਸਨ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਮਹੱਲਾ ਚੌਥਾ, ਰਾਗ ਆਸਾ, ਘਰ 6ਵੇਂ ਕੇ 3।
ਹੱਥ ਕਰ ਤੰਤ ਬਜਾਵੈ ਜੋਗੀ ਥੋਥਰ ਵਾਜੈ ਬੇਨ ਗੁਰਮਤਿ ਹਰ ਰੰਗ ਬੋਲਹੁ ਜੋਗੀ ਇਹੋ ਮਨੁਆ ਹਰ ਰੰਗ ਭੇਨ ਜੋਗੀ ਹਰ ਦੇਹੋ ਮਤੀ ਉਪਦੇਸ਼ ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੈ ਹਮ ਆਦੇਸ਼। ਮਹਾਰਾਜ ਕਹਿੰਦੇ ਜੋਗੀ ਤੂੰ ਕਿੰਗੁਰੀ ਤੇ ਬੜੀ ਸੋਹਣੀ ਵਜਾਉਣਾ, ਸਾਜ਼ ਤੇ ਤੂੰ ਬੜਾ ਸੋਹਣਾ ਵਜਾਉਣਾ ਜਿਹੜਾ ਹੱਥ 'ਚ ਫੜਿਆ ਹੈ, ਪਰ ਇੱਕ ਗੱਲ ਚੇਤਾ ਰੱਖ, ਜੇ ਤੇਰੇ ਮਨ ਵਿੱਚ ਵਾਹਿਗੁਰੂ ਦੇ ਨਾਲ ਪਿਆਰ ਨਹੀਂ ਨਾ ਹੈਗਾ, ਤੇਰੇ ਸਾਜ਼ ਵੀ ਫਿੱਕੇ ਹੈਗੇ ਆ ਜੀ। ਨਿੱਕੀ ਜੀ ਉਦਾਹਰਣ ਦੇ ਦਿਆਂ, ਸਾਧ ਸੰਗਤ ਜੀ, ਰੱਬ ਦੇ ਪਿਆਰੇ ਮਹਾਂਪੁਰਖ ਜਿਹਨੇ ਨਾਮ ਜਪਦੇ ਆ, ਕੋਈ ਵੀ ਹੋਵੇ ਜੀ, ਉਹ ਹਾਂਜੀ ਉਹ ਸਿੱਧਾ ਸਿੱਧਾ ਵੀ ਬੋਲੇ ਨਾ ਜੀ, ਤੇ ਸਿੱਧਾ ਸਿੱਧਾ ਵਾਜਾ ਵਜਾਵੇ, ਹਾਰਮੋਨੀਅਮ ਵਜਾਵੇ, ਸਾਧ ਸੰਗਤ ਜੀ ਉਹ ਚੰਗਾ ਲੱਗਦਾ, ਪਰ ਉਹਦੇ ਹਿਰਦੇ 'ਚ ਪਿਆਰ ਹੋਵੇ ਜੀ। ਦੂਜੇ ਬੰਨੇ ਜਿਸ ਦੇ ਹਿਰਦੇ ਵਿੱਚ ਪਿਆਰ ਨਹੀਂ ਹੈ, ਗਾਵੇ ਵਜਾਵੇ ਜਿੰਨਾ ਮਰਜ਼ੀ, ਅਸਰ ਕੋਈ ਨਹੀਂ ਪੈਂਦਾ ਦੁਨੀਆ ਤੇ ਜੀ, ਅਸਰ ਕੋਈ ਨਹੀਂ ਪੈਂਦਾ ਜੀ ਦੁਨੀਆ ਤੇ ਜੀ। ਬੜੇ ਬੜੇ ਰਾਗ ਸਿੱਖੇ, ਕੋਈ ਨਹੀਂ ਪੁੱਛਦਾ ਉਹਨਾਂ ਨੂੰ ਜੀ, ਤੇ ਬੜੇ ਬੜੇ ਗੁਰਮੁਖ ਸਿੱਧਾ ਸਾਦਾ ਕੀਰਤਨ ਕਰਦੇ, ਲੋਕ ਸੁਣ ਸੁਣ ਕੇ ਝੂਮਦੇ ਆ। ਕਿਉਂ? ਕਿਉਂਕਿ ਉਹਨਾਂ ਦੇ ਹਿਰਦੇ 'ਚ ਵਾਹਿਗੁਰੂ ਦਾ ਪਿਆਰ ਹੈਗਾ ਜੀ। ਰੱਬ ਦੇ ਪਿਆਰ ਨੇ ਦੂਜੇ ਬੰਦੇ ਦੇ ਉੱਤੇ ਅਸਰ ਪਾਉਣਾ ਹੈ, ਰਾਗਾਂ ਨੇ ਅਸਰ ਨਹੀਂ ਪਾਉਣਾ ਜੀ। ਮਹਾਰਾਜ ਕਹਿੰਦੇ ਹੱਥ ਕਰ ਤੰਤ ਬਜਾਵੈ ਜੋਗੀ ਥੋਥਰ ਵਾਜੈ ਬੇਨ। ਤੇਰੀ ਬੇਨ ਖਾਲੀ ਹੈ, ਪਿਆਰ ਤੋਂ ਖਾਲੀ ਹੈ। ਚੇਤਾ ਰੱਖੋ, ਅੰਤਰ ਖਾਲੀ ਪ੍ਰੇਮ ਬਿਨ। ਅੰਦਰ ਜਿਹੜਾ ਨਾ ਬੰਦੇ ਦਾ, ਜੇ ਰੱਬ ਦਾ ਪਿਆਰ ਨਹੀਂ ਹੈਗਾ ਤੇ ਧਰਮ ਦੇ ਕੰਮ ਵੀ ਖਾਲੀ ਹੈਗੇ ਆ ਜੀ। ਮਹਾਰਾਜ ਉਹਨਾਂ ਜੋਗੀਆਂ ਨੂੰ ਉਪਦੇਸ਼ ਦੇਣ ਦੇ, ਤੇ ਇਕੱਲੇ ਜੋਗੀਆਂ ਨੂੰ ਨਹੀਂ ਦੇਣ ਦੇ। ਤੁਸੀਂ ਕਹੋ ਵੀ ਕੋਈ ਨਹੀਂ ਜੋਗੀਆਂ ਨੂੰ ਹੀ ਹੈ, ਸਾਡਾ ਕੀ ਲੈਣਾ ਦੇਣਾ। ਨਹੀਂ ਸੰਗਤ ਜੀ, ਇਹ ਸਾਡੇ ਵਾਸਤੇ ਵੀ ਹੈਗੇ ਜੀ, ਸਾਡੇ ਵਾਸਤੇ ਵੀ ਆ। ਉਤੋਂ ਬਹੁਤ ਸੋਹਣੇ ਕਰਮ ਕਰਦੇ ਆ, ਅੰਦਰ ਵਾਹਿਗੁਰੂ ਨਾਲ ਪਿਆਰ ਨਹੀਂ ਹੈ, ਸਭ ਕੁਝ ਵਿਅਰਥ ਹੈ, ਸਭ ਕੁਝ ਵਿਅਰਥ ਹੈ। ਮਹਾਰਾਜ ਕਹਿੰਦੇ ਜੇ ਨਾਮ ਦੇਣਾ ਹੀ ਹੈ ਤੇ ਜੋਗ ਦਾ ਕਿਉਂ ਦਿੰਦੇ ਹੋ ਉਪਦੇਸ਼? ਜੇ ਉਪਦੇਸ਼ ਦੇਣਾ ਹੀ ਹੈ, ਜੋਗੀ ਹਰ ਦੇਹੋ ਮਤੀ ਉਪਦੇਸ਼, ਰੱਬ ਦਾ ਉਪਦੇਸ਼ ਦਿਓ, ਲੋਕਾਂ ਨੂੰ ਰੱਬ ਦੇ ਨਾਲ ਜੋੜੋ। ਗੱਜ ਕੇ ਆਖੋ ਵਾਹਿਗੁਰੂ। ਪਰ ਕਿਸੇ ਨੂੰ ਜੋੜਨ ਵਾਸਤੇ ਪਹਿਲਾਂ ਬੰਦਾ ਆਪ ਜੁੜਿਆ ਹੋਏਗਾ ਤੇ ਕਿਸੇ ਨੂੰ ਜੋੜੇਗਾ ਨਾ ਜੀ। ਜਿੰਨਾ ਚਿਰ ਤੱਕ ਆਪ ਨਹੀਂ ਜੁੜਦਾ, ਉਹਨਾਂ ਚਿਰ ਤੱਕ ਕਿਸੇ ਨੂੰ ਨਹੀਂ ਜੋੜ ਸਕਦਾ ਜੀ। ਜੋਗੀ ਹਰ ਦੇਹੋ ਮਤੀ ਉਪਦੇਸ਼, ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੈ ਹਮ ਆਦੇਸ਼। ਸਾਡਾ ਆਦੇਸ਼ ਨਮਸਕਾਰ ਉਸ ਰੱਬ ਅੱਗੇ ਹੈ ਜਿਹੜਾ ਹਰ ਯੁੱਗ ਵਿੱਚ ਵਰਤਦਾ ਜੀ। ਹੁਣ ਉਹ ਸ਼ਬਦ ਦੀਆਂ ਸਾਧ ਸੰਗਤ ਦੀ ਅਗਲੀਆਂ ਪੰਕਤੀਆਂ ਰਹਿ ਗਈਆਂ। ਧੰਨ ਗੁਰੂ ਰਾਮਦਾਸ ਸਾਹਿਬ ਬਾਣੀ ਵਿੱਚ ਸਾਨੂੰ ਕੀ ਸਮਝਾਉਂਦੇ ਆ, ਇਹ ਆਪਾਂ ਨੇ ਸਰਵਣ ਕਰਨਾ ਹੈ। ਜੋੜੋ ਦੋਵੇਂ ਹੱਥ, ਪਿਆਰ ਨਾਲ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਵਹਿ ਰਾਗ ਭਾਤ ਬਹੁ ਬੋਲਹਿ, ਇਹ ਮਨੁਆ ਖੇਲਾ ਖੇਲ। ਇਹ ਜਿਹੜੀ ਪੰਕਤੀ ਗੁਰੂ ਰਾਮਦਾਸ ਜੀ ਨੇ ਹੁਣ ਉਚਾਰੀ, ਤੁਸੀਂ ਸੁਣੀ ਹੈ, ਇਹ ਬੜੀ ਵੱਡੀ ਗੱਲ ਤੇ ਸਾਡੇ ਮਨਾਂ ਦਾ ਨਕਸ਼ਾ ਹੈਗਾ ਜੀ। ਸਾਡੇ ਸਾਰਿਆਂ ਦੇ ਮਨਾਂ ਦਾ। ਕੋਈ ਗੁਰਮੁਖ ਹੋਏਗਾ ਜਿਹਦੀ ਅਵਸਥਾ ਉੱਚੀ ਹੋਏਗੀ। ਮਹਾਰਾਜ ਜੋਗੀ ਨੂੰ ਕਹਿਣ ਲੱਗੇ, ਜੋਗੀ ਤੂੰ ਰਾਗ ਗਾਉਣਾ, ਗਾਵਹਿ ਰਾਗ ਭਾਂਤ ਬਹੁ ਬੋਲ ਹੈ। ਬੜੇ ਤਰੀਕਿਆਂ ਦੇ ਰਾਗ ਗਾਉਣਾ ਤੇ ਫਿਰ ਬੋਲਦਾ ਵੀ ਬੜਾ ਸੋਹਣਾ, ਕਥਾ ਵੀ ਬੜੀ ਸੋਹਣੀ ਕਰ ਲੈਣਾ ਤੂੰ। ਹਾਂਜੀ, ਮੇਰੇ ਲਈ ਸਮਝ ਲਓ ਕਥਾ ਹੈ, ਰਾਗੀਆਂ ਲਈ ਸਮਝ ਲਓ ਰਾਗ ਹੈ, ਤੇ ਆਪਣੇ ਵਾਸਤੇ ਤੁਸੀਂ ਸਾਰੇ ਸਮਝ ਲਓ ਵੀ ਅਸੀਂ ਬਾਣੀ ਪੜ੍ਹਦੇ ਹਾਂ। ਜਦੋਂ ਮਹਾਰਾਜ ਕਹਿੰਦੇ ਕਰਦਾ ਤੇ ਤੂੰ ਬਹੁਤ ਕੁਝ ਹੈ, ਪਰ ਤੇਰੇ ਅੰਦਰ ਪ੍ਰੇਮ ਨਹੀਂ ਹੈਗਾ। ਜਦੋਂ ਤੂੰ ਰਾਗ ਗਾ ਰਿਹਾ ਹੁੰਦਾ, ਮਨ ਤੇਰਾ ਖੇਡਾਂ ਵਿੱਚ ਲੱਗਾ ਹੁੰਦਾ ਜੀ। ਮੈਂ ਵੇਖਿਆ ਜੀ, ਜਿਨ੍ਹਾਂ ਦੇ ਮਨਾਂ 'ਚ ਪ੍ਰੇਮ ਨਹੀਂ ਨਾ ਜੀ ਹੈਗਾ, ਕੀਰਤਨ ਕਰਦਿਆਂ ਵੀ ਮੋਬਾਈਲ ਨਾਲ ਪੰਗੇ ਲਈ ਜਾਣਗੇ ਜੀ। ਤੇ ਮੈਂ ਹੈਰਾਨ ਹੋ ਗਿਆ, ਇੱਕ ਗੁਰੂ ਕਾ ਕੀਰਤਨੀਆ ਕੀਰਤਨ ਕਰਨ ਦਿਆ ਤੇ ਗੋਦੀ 'ਚ ਰੱਖ ਕੇ WhatsApp ਕਰਨ ਦਿਆ ਜੀ।
ਮੈਂ ਸ਼ਾਬਾਸ਼ੇ ਤੇਰੇ ਕੀਰਤਨ ਨਾਲ ਤੇ ਲੋਕ ਤਰ ਜਾਣਗੇ। ਹਾਂਜੀ, ਹਿਰਦੇ 'ਚ ਪ੍ਰੇਮ ਨਹੀਂ ਹੈਗਾ ਜੀ। ਬੜੇ ਬੜੇ ਗੁਰਮੁਖ ਕੀਰਤਨੀਏ ਨੇ। ਭਾਈ ਗੋਪਾਲ ਸਿੰਘ ਜੀ ਦੀ ਆਸਾ ਦੀ ਵਾਰ ਸੁਣੀ ਥੋੜੇ ਦਿਨ ਪਹਿਲਾਂ, ਮੈਨੂੰ ਗੁਰਮੁਖਾਂ ਨੇ ਸੁਣਾਈ। ਉਹਨਾਂ ਦਾ ਕੀਰਤਨ ਨਹੀਂ ਸੀ ਪਹਿਲਾਂ ਕੋਈ ਸੁਣਦਾ ਜੀ। ਉਹਨਾਂ ਗੁਰਬਾਣੀ ਦਾ ਅਭਿਆਸ ਕੀਤਾ, ਜਪਜੀ ਸਾਹਿਬ ਦੇ ਪਾਠ ਬੜੇ ਕੀਤੇ ਜੀ। ਇੰਨਾ ਰਸ ਉਹਨਾਂ ਦੀ ਰਸਨਾ ਵਿੱਚ ਆ ਗਿਆ ਵੀ ਜਦੋਂ ਉਹ ਕੀਰਤਨ ਕਰਦੇ ਹੁੰਦੇ ਸੀ ਨਾ ਜੀ ਹਰਿਮੰਦਰ ਸਾਹਿਬ, ਉਦੋਂ ਕਹਿੰਦੇ ਪਰਿਕਰਮਾ 'ਚ ਲੋਕ ਬਹਿ ਜਾਂਦੇ ਸਨ, ਪਰਿਕਰਮਾ ਭਰ ਜਾਂਦੀਆਂ ਸਨ ਜੀ। 1 ਸਾਲ ਲਗਾਤਾਰ ਬਿਨਾਂ ਨਾਗਾ ਆਸਾ ਜੀ ਦੀ ਵਾਰ ਕੀਤੀ ਜੀ ਉਹਨਾਂ ਨੇ ਜੀ। 1 ਸਾਲ ਜੀ। ਅੰਦਰ ਪਿਆਰ ਹੋਵੇ ਨਾ ਜੀ, ਬੰਦਾ ਸੋਹਣਾ ਲੱਗਦਾ ਜੀ। ਹਾਂਜੀ, ਤੇ ਜਿਉਂ ਬੋਲਣ ਤਿਵੈ ਸੁਹਨ, ਪਿਆਰ ਵਿੱਚ ਆ ਕੇ ਬੰਦਾ ਜਿਵੇਂ ਬੋਲਦਾ ਉਵੇਂ ਫੱਬਦਾ ਜੀ। ਅੰਦਰ ਪਿਆਰ ਨਹੀਂ ਹੈਗਾ, ਮਨ ਖੇਡਾਂ ਖੇਡਣ ਦਿਆ, ਗਾਉਣ ਰਾਗ ਦਿਆ, ਕਿਸੇ ਤੇ ਕੋਈ ਅਸਰ ਨਹੀਂ ਹੈਗਾ ਜੀ। ਉਹ ਤੁਸੀਂ ਸਾਖੀ ਸੁਣੀ ਹੈ ਨਾ ਜੀ। ਮਹਾਰਾਜ ਲੰਘ ਰਹੇ ਤੇ ਮਾਈ ਨੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੀਤੇ ਦਰਸ਼ਨ, ਤੇ ਮਾਈ ਪੰਗਤੀ ਪੜ੍ਹੀ ਜਾਵੇ ਜੀ। ਪੰਗਤੀ ਹਉ ਪਾਪੀ ਤੂੰ ਬਖਸ਼ਣਹਾਰ। ਹਾਂਜੀ, ਤੇ ਉਲਟ ਪੜ੍ਹੀ ਜਾਵੇ ਜੀ, ਕਵੇ ਤੂੰ ਪਾਪੀ ਹਉ ਬਖਸ਼ਣਹਾਰ। ਉਹ ਜਦੋਂ ਕਿੰਨੀ ਵਾਰੀ ਉਹਨੇ ਪੰਗਤੀ ਪਿਆਰ ਚਾਈ ਨੇ ਬੋਲੀ ਨਾ, ਤੇ ਸਿੱਖ ਕਹਿੰਦੇ ਮਹਾਰਾਜ ਇਹ ਕੀ ਕਹਿਣ ਰਹੀ ਹੈ, ਤੁਹਾਨੂੰ ਪਾਪੀ ਤਾਂ ਆਪਣੇ ਆਪ ਨੂੰ ਬਖਸ਼ਣਹਾਰ ਕਹਿ ਰਹੀ ਹੈ। ਮਹਾਰਾਜ ਕਹਿੰਦੇ ਨਹੀਂ ਸਿੱਖੋ, ਉੱਤੋਂ ਜੋ ਬੁਰਜੀ ਬੋਲਣ ਦੀ ਮਨੋਂ ਠੀਕ ਬੋਲ ਰਹੀ ਹੈ। ਗੱਜ ਕੇ ਆਖੋ ਅੰਦਰ ਪਿਆਰ ਹੈਗਾ ਨਾ ਜੀ, ਅੰਦਰ ਪਿਆਰ ਹੈਗਾ, ਅੰਦਰ ਪ੍ਰੇਮ ਹੈਗਾ ਜੀ। ਮਹਾਰਾਜ ਕਹਿੰਦੇ ਗਾਵ ਹੈ ਰਾਗ ਭਾਤ ਬਹੁ ਬੋਲ ਹੈ, ਇਹ ਮਨੂਆ ਖੇਲ ਹੈ ਖੇਲ। ਜਦੋਂ ਤੂੰ ਰਾਗ ਗਾਉਣਾ, ਬੜੀ ਕਥਾ ਬਾਤਾਂ ਕਰਦਾ, ਮਨ ਤੇ ਖੇਡਾਂ ਖੇਡਣ ਦਿਆ ਹੁੰਦਾ ਜੀ। ਮਨ ਤੇ ਹੋਰ ਪਾਸੇ ਲੱਗਾ ਹੁੰਦਾ। ਤੇ ਮੈਂ ਸੱਚ ਦੱਸਦਾ, ਪਾਠ ਕਰਦਿਆਂ ਵੀ ਫੇਸਬੁੱਕ ਚੱਲਦੀ ਜੀ, ਪਾਠ ਕਰਦਿਆਂ ਵੀ ਜੀ, ਤੇ ਕੋਈ ਪਤਾ ਨਹੀਂ ਲੱਗਣ ਦਿਆ ਵੀ ਮੈਂ ਕਿਹੜੇ ਬੰਦਾ ਹੋਰ ਨਹੀਂ ਤੇ ਅੱਖਰਾਂ 'ਚ ਹੀ ਧਿਆਨ ਦੇ ਦੇ, ਅੱਖਰਾਂ 'ਚ ਵੀ ਨਹੀਂ ਧਿਆਨ ਦਿੰਦਾ ਜੀ, ਅੱਖਰਾਂ 'ਚ ਵੀ ਨਹੀਂ ਧਿਆਨ ਦਿੰਦਾ ਜੀ। ਮਨ ਨੇ ਕਿੱਥੋਂ ਸੁਣਨਾ ਜੀ। ਬਾਣੀ ਪੜ੍ਹਨਾ ਹੋਰ ਹੈ, ਬਾਣੀ ਜਪਣਾ ਹੋਰ ਹੈ। ਜਦੋਂ ਬੰਦਾ ਜਪਦਾ, ਨਾ ਘੜੀ ਦਾ ਧਿਆਨ ਰਹਿੰਦਾ, ਨਾ ਕਿਸੇ ਹੋਰ ਗੱਲ ਦਾ, ਨਾ ਸਰੀਰ ਦਾ ਹੀ ਧਿਆਨ ਰਹਿੰਦਾ, ਫਿਰ ਜਪਣ ਵਿੱਚ ਤੇ ਜਪਣੀ ਹੈ ਜੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਜੋਗੀ ਦੱਸ ਤੇਰਾ ਮਨ ਖੇਲਾਂ ਖੇਲਦਾ ਕਿ ਨਹੀਂ ਖੇਲਦਾ ਜੀ। ਹਾਂਜੀ, ਜੋ ਵਹਿ ਕੂਪ ਸਿੰਚਨ ਕੋ ਬਸੁਦਾ, ਉਠ ਬੈਰ ਗਏ ਚਰ ਬੇਲ। ਮਹਾਰਾਜ ਕਹਿਣ ਲੱਗੇ ਤੇ ਉਹੀ ਹਾਲ ਹੈਗਾ। ਕਿਸੇ ਬੰਦੇ ਨੇ ਖੂਹ ਜੋਇਆ ਜੀ, ਹਾਂਜੀ, ਧਰਤੀ ਨੂੰ ਸਿੰਜਣ ਵਾਸਤੇ, ਤੇ ਬੈਲ ਲਾਏ ਜੀ। ਤੇ ਜਿਹੜੇ ਬੈਲ ਹੈ ਨਾ ਜੀ, ਉਹ ਲਾਗੇ ਵੇਲਾਂ ਚਰਨ ਚਲੇ ਗਏ ਤੇ ਖੁੱਲ ਗਏ ਜੀ। ਹੁਣ ਗੱਲ ਸਮਝਿਓ, ਕਿਸੇ ਬੰਦੇ ਨੇ ਖੂਹ ਜੋਇਆ ਜੀ। ਆ ਹੁਣ ਵਾਲਿਆਂ ਨੂੰ ਤੇ ਖੂਹ ਜੋਣ ਦਾ ਨਹੀਂ ਪਤਾ ਹੋਣਾ ਜੀ, ਪੁਰਾਣਿਆਂ ਨੂੰ ਪਤਾ ਖੂਹ ਜੋਣਾ ਕੀ ਹੁੰਦਾ ਜੀ, ਕਿ ਉਹ ਛੱਡ ਜੂ ਗਏ ਜੀ ਸਾਰਾ ਕੁਝ, ਤੁਹਾਨੂੰ ਪਤਾ। ਹਾਂ, ਖੂਹ ਜੋਣਾ ਜੀ, ਹਾਂ ਬੜੀ ਹੁਣ ਵਾਲਿਆਂ ਨੂੰ ਪੁੱਛ ਲਓ, ਕਿਸੇ ਨੂੰ ਨਹੀਂ ਪਤਾ ਲੱਗਣਾ ਜੀ ਖੂਹ ਕੀ ਹੁੰਦਾ, ਖੂਹ ਨੂੰ ਜੋਣਾ ਕੀ ਹੁੰਦਾ ਜੀ। ਹਾਂਜੀ, ਕਿਸੇ ਨੂੰ ਨਹੀਂ ਪਤਾ ਲੱਗਣਾ। ਨਾ ਬੱਚੇ ਬਜ਼ੁਰਗਾਂ ਕੋਲ ਬਹਿੰਦੇ ਜੀ, ਤੇ ਬਜ਼ੁਰਗ ਦੱਸਦੇ ਨਹੀਂ ਜੀ। ਉਹ ਕਿਉਂ WhatsApp ਤੋਂ ਵੇਲ ਮਿਲੇ ਤੇ ਤਾਂ ਨਾ ਜੀ, ਇੱਧਰੋਂ ਨਹੀਂ ਵੇਲ ਮਿਲਦਾ ਜੀ। ਮਹਾਰਾਜ ਕਹਿੰਦੇ ਖੂਹ ਜੋਇਆ ਜੀ, ਬੈਲ ਲਾਏ ਜੀ, ਵੀ ਧਰਤੀ ਦੀ ਸਿੰਚਾਈ ਕਰਨੀ, ਪਾਣੀ ਲਾਉਣਾ। ਪਰ ਉਹ ਜਿਹੜੇ ਬੈਲ ਸੀ ਨਾ ਜੀ, ਉਹ ਖੁੱਲ ਕੇ ਤੇ ਵੇਲਾਂ ਖਾਣ ਚਲੇ ਗਏ ਜੀ। ਇਹੋ ਹਾਲ ਸਾਡਾ ਜੀ। ਭਜਨ ਕਰਨਾ ਸੀ ਵੀ ਸਾਡੀ ਆਤਮਾ ਦਾ ਭਲਾ ਹੋਵੇ, ਜਿਸ ਮਨ ਨੇ ਕਰਨਾ ਸੀਗਾ ਉਹ ਮਨ ਹੋਰ ਹੋਰ ਪਾਸੇ ਚਲੇ ਗਿਆ ਜੀ। ਮਨ ਹੋਰ ਹੋਰ ਪਾਸੇ ਛਾਲਾਂ ਮਾਰਦਾ ਜੀ। ਹਾਂਜੀ, ਕਾਇਆ ਨਗਰ ਮਹਿ ਕਰਮ ਹਰ ਬੋਵਹੁ, ਹਰ ਜਾਮੈ ਹਰਿਆ ਖੇਤ। ਹੁਣ ਮਹਾਰਾਜ ਤੱਤ ਗੱਲ ਵੱਲ ਆਏ ਗੁਰੂ ਰਾਮਦਾਸ ਜੀ, ਗੱਜ ਕੇ ਆਖੋ ਵਾਹਿਗੁਰੂ। ਕਾਇਆ ਨਗਰ ਮਹਿ ਕਰਮ ਕਰ ਬੋਵਹੁ। ਸਰੀਰ ਕੀ ਹੈ? ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਇੱਕ ਨਗਰ ਹੈ, ਜ਼ਮੀਨ ਹੈ। ਤੇ ਮਹਾਰਾਜ ਕਹਿੰਦੇ ਇਹਦੇ ਵਿੱਚ ਬੀਜ ਬਿਉਣੇ ਹੈ। ਸਰੀਰ ਰੂਪੀ ਨਗਰ ਵਿੱਚ ਕਿਹੜਾ ਬੀਜ ਬੋਣਾ? ਵਾਹਿਗੁਰੂ 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 ਵਾਹਿਗੁਰੂ, ਨਾਮ ਦਾ ਬੀਜ ਬੋਣਾ ਜੀ।
ਕਈ ਬਾਣੀ ਪੜ੍ਹਦੇ ਜੀ, ਉਹਨਾਂ ਬੀਜ ਬੋਇਆ ਜੀ ਨਾਮ ਦਾ ਜੀ। ਤੇ ਮਹਾਰਾਜ ਕਹਿਣ ਲੱਗੇ ਬੀਜ ਬੋਵੋ ਹਰ ਜੰਮੈ ਹਰਿਆ ਖੇਤ। ਕਹਿਣ ਲੱਗੇ ਫਿਰ ਪਰਮੇਸ਼ਰ ਦੀ ਮਿਹਰ ਪੁੰਗਰੇਗੀ, ਖੇਤ ਹਰਿਆ ਭਰਿਆ ਹੋਏਗਾ। ਭਾਵ ਜਿਸ ਕੰਮ ਲਈ ਜਨਮ ਮਿਲਿਆ ਕੰਮ ਹੋਏਗਾ, ਨਾਮ ਅੰਦਰ ਬੀਜਿਆ ਜਾਏਗਾ। ਨਾਮ ਤੇ ਬੀਜ ਹੈ ਜੀ, ਤੇ ਬੀਜ ਤੋਂ ਅੱਗੇ ਫਸਲ ਤਿਆਰ ਹੋਣੀ ਹੈ ਜੀ। ਸੁੱਖ ਮੁਕਤੀ ਪਦਾਰਥ ਮਿਲਣਗੇ, ਸਾਰਾ ਕੁਝ ਮਹਾਰਾਜ ਕਹਿਣ ਲੱਗੇ। ਹਾਂਜੀ। ਮਨੁਆ ਅਸਥਿਰ ਬੈਲ ਮਨ ਜੋਵਹੁ ਹਰ ਸਿੰਚਹੁ ਗੁਰਮਤਿ ਦੇ ਜੇਤ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਮਨ ਹੈ ਇਹ ਬੈਲ ਹੈ ਜੀ। ਮਨ ਕੀ ਹੈ? ਬੈਲ ਦੀ ਨਿਆਈ। ਜਿਵੇਂ ਬੈਲ ਖੁੱਲ ਗਏ ਤੇ ਪਾਣੀ ਕਿਵੇਂ ਨਿਕਲੇਗਾ ਜੀ? ਹਾਂਜੀ, ਕਿਵੇਂ ਗੱਲ ਬਣੇਗੀ? ਮਹਾਰਾਜ ਗਰੀਬ ਨਵਾਜ ਕਹਿੰਦੇ ਮਨ ਬੈਲ ਦੇ ਵਰਗਾ, ਬੈਲ ਦੀ ਨਿਆਈ ਹੈ, ਤੇ ਇਹ ਟਿਕਦਾ ਨਹੀਂ ਹੈਗਾ ਜੀ। ਬੈਲ ਖੇਤਾਂ 'ਚ ਟਿਕੇ ਹੀ ਨਾ, ਖੂਹ ਤੇ ਜੋਇਆ ਹੀ ਨਾ ਜਾਵੇ, ਤੇ ਦੱਸੋ ਜੀ ਖੇਤੀ ਹੋ ਜਾਏਗੀ ਜੀ? ਨਹੀਂ ਹੋਏਗੀ ਜੀ। ਮਨੁਆ ਅਸਥਿਰ ਬੈਲ ਮਨ ਜੋਵੋ। ਮਹਾਰਾਜ ਕਹਿੰਦੇ ਇਹਨੂੰ ਜੋਵੋ, ਇਹਨੂੰ ਪਹਿਲਾਂ ਬੰਨੋ ਧਿਆਨ ਨਾਲ। ਹਰ ਸਿੰਚਹੁ ਗੁਰਮਤਿ ਜੇਤ। ਫਿਰ ਮਹਾਰਾਜ ਕਹਿੰਦੇ ਇਸ ਮਨ ਰੂਪੀ ਬੈਲ ਦੇ ਨਾਲ ਨਾ ਨਾਮ ਸਿੰਚੋ, ਨਾਮ ਬੀਜੋ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਬਕ ਮੁੱਖ ਦੀ ਗੱਲ ਕੀ ਜੀ ਇਹਨਾਂ ਪ੍ਰਮਾਣਾਂ ਦੀ? ਹਾਂਜੀ, ਮੁੱਖ ਦੀ ਗੱਲ ਇਹ ਹੈ, ਗੁਰੂ ਰਾਮਦਾਸ ਸਾਹਿਬ ਕਹਿੰਦੇ ਪਿਆਰਿਓ ਜਦੋਂ ਰੱਬ ਦੇ ਗੁਣ ਗਾਉਣੇ ਮਨੋਂ ਗਾਉਣੇ ਆ, ਮਨੋਂ ਗਾਉਣੇ ਆ, ਉੱਤੋਂ ਉੱਤੋਂ ਨਹੀਂ ਜੀ। ਉੱਤੋਂ ਉੱਤੋਂ ਸੰਗਤ ਦੀ ਗੱਲ ਬਣਨੀ ਨਹੀਂ ਜੀ। ਹਾਂਜੀ, ਉੱਤੋਂ ਉੱਤੋਂ ਗਾਉਣ ਵਾਲੇ ਦਾ ਅਸਰ ਵੀ ਕੋਈ ਨਹੀਂ ਜੀ। ਅੱਜ ਕੇ ਆਖੋ ਵਾਹਿਗੁਰੂ। ਬਸ ਧਿਆਨ ਰੱਖੋ, ਸੁਖਮਣੀ ਸਾਹਿਬ ਦਾ ਪਾਠ ਕਰਨਾ, 5 ਬਾਣੀਆਂ ਪੜ੍ਹਨੀਆਂ, ਤੇ ਉੱਤੋਂ ਉੱਤੋਂ ਨਹੀਂ ਪੜ੍ਹਨੀਆਂ, ਮਨੋਂ ਪੜ੍ਹਨੀਆਂ। ਮਹਾਰਾਜ ਕਹਿੰਦੇ ਇਹ ਮਨ ਨੂੰ ਜੋਣਾ, ਇਸ ਬੈਲ ਨੂੰ ਜੋਣਾ। ਹਾਂਜੀ। ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋ ਦੇਹੋ ਮਤੀ ਤਿਤ ਚੇਲ। ਮਹਾਰਾਜ ਕਹਿੰਦੇ ਤੁਸੀਂ ਜੋਗੀ ਹੋ, ਸਿੱਧ ਹੋ, ਸਿਆਣੇ ਹੋ। ਸਾਰੀ ਧਰਤੀ ਤੇ ਜਿੱਥੇ ਚਾਹੋ ਆਪਣੀਆਂ ਸ਼ਕਤੀਆਂ ਨਾਲ ਫਿਰ ਲੈਂਦੇ ਹੋ। ਸਾਧ ਸੰਗਤ ਜੀ ਹੁਣ ਤੇ ਜਹਾਜ਼ ਨਾਲ ਜਾਣਾ ਪੈਂਦਾ ਨਾ ਇੱਧਰ ਉੱਧਰ, ਸਿੱਧ ਆਪਣੀਆਂ ਸ਼ਕਤੀਆਂ ਨਾਲ ਹੀ ਪਹੁੰਚ ਜਾਂਦੇ ਹੁੰਦੇ ਸੀਗੇ ਜੀ। ਮਹਾਰਾਜ ਕਹਿੰਦੇ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ। ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋ ਦੇਹੋ ਮਤੀ ਤਿਤ ਚੇਲ। ਜਿਹੋ ਜੀ ਮਤ ਦਿਓਗੇ ਉਹੋ ਜਿਹੇ ਚੇਲੇ ਬਣਾਈ ਜਾਣੇ ਜੀ ਤੁਸੀਂ। ਹਾਂਜੀ। ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਵਹੁ ਮਨੁਆ ਪੇਲ। ਮਹਾਰਾਜ ਕਹਿਣ ਲੱਗੇ ਮੁੱਖ ਕੰਮ ਜਿਹੜਾ ਨਾ, ਮੁੱਖ ਕੰਮ ਉਹ ਇਹ ਕਰੋ, ਆਪ ਵੀ ਨਾਮ ਜਪੋ, ਆਪ ਵੀ ਆਪਣੇ ਮਨ ਨੂੰ ਪਹਿਲੋ ਨਾਮ ਨਾਲ ਜੋੜੋ, ਦੂਜਿਆਂ ਨੂੰ ਵੀ ਨਾਮ ਨਾਲ ਜੋੜੋ ਜੀ। ਗੱਜ ਕੇ ਆਖੋ ਵਾਹਿਗੁਰੂ। ਆਪ ਵੀ ਨਾਮ ਨਾਲ ਜੁੜੋ, ਦੂਜਿਆਂ ਨੂੰ ਵੀ ਜੋੜੋ। ਮਹਾਰਾਜ ਕਹਿਣ ਲੱਗੇ ਆਪ ਵੀ ਵਾਹਿਗੁਰੂ ਕੋਲੋਂ ਦਾਤ ਮੰਗਦੇ ਆ। ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਭਹੁ ਮਨੁਆ ਪੇਲ। ਮੇਰਾ ਮਨ ਜਿਹੜਾ ਉਹ ਮਹਾਰਾਜ ਕਿਰਪਾ ਕਰੋ ਆਪਣੇ ਨਾਲ ਜੋੜ ਲਓ, ਪਰਮੇਸ਼ਰ ਨਾਲ ਲਾ ਦਿਓ। ਤੇ ਮੁੱਖ ਮਸਲਾ ਮਹਾਰਾਜ ਉਹਨਾਂ ਨੂੰ ਕਹਿ ਰਹੇ ਵੀ ਪਹਿਲਾਂ ਜਪੋ ਆਪ ਨਾਮ, ਫਿਰ ਦੂਜਿਆਂ ਨੂੰ ਜਪਾਓ। ਅੱਜ ਚੱਕਰ ਕੀ ਹੈ ਜੀ, ਆਪ ਬੰਦਾ ਜਪਦਾ ਨਹੀਂ, ਦੂਜਿਆਂ ਨੂੰ ਆਖੀ ਜਾਂਦਾ ਜੀ। ਸਾਜਨ ਸੰਤ ਕਰਹੁ ਇਹੋ ਕਾਮ ਆਨ ਤਿਆਗ ਜਪਹੁ ਹਰ ਨਾਮ। ਮਹਾਰਾਜ ਕਹਿੰਦੇ ਮੇਰੇ ਮਿੱਤਰੋ, ਮੇਰੇ ਪਿਆਰਿਓ, ਜਿੱਥੇ ਹੋਰ ਕੰਮ ਕਰਦੇ ਤੇ ਛੱਡੋ ਪਰਾਂ, ਨਾਮ ਵਿੱਚ ਧਿਆਨ ਲਾਓ। ਵੇਖਿਓ ਕਿੰਨਾ ਭਲਾ ਹੁੰਦਾ ਜੀ, ਕਿੰਨਾ ਭਲਾ ਹੁੰਦਾ। ਫਿਰ ਮਹਾਰਾਜ ਕਹਿੰਦੇ ਆਪ ਜਪੋ ਅਵਰ ਹੈ ਨਾਮ ਜਪਾਵਹੁ। ਆਪ ਵੀ ਜਪੋ ਤੇ ਦੂਜਿਆਂ ਨੂੰ ਵੀ ਕਹੋ, ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ। ਦੂਜਿਆਂ ਨੂੰ ਵੀ ਜਪਾਓ ਮਹਾਰਾਜ ਕਹਿੰਦੇ। ਹਾਂਜੀ। ਚੌਪਈ ਸੁਨਿਓ ਸ਼ਬਦ ਸਤਿਗੁਰ ਤੇ ਜਬੈ। ਜਦੋਂ ਫਿਰ ਸਿੱਧਾਂ ਨੇ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਸ਼ਬਦ ਗੁਰੂ ਸਾਹਿਬ ਦੇ ਮੁਖੋਂ ਸੁਣਿਆ, ਸ਼੍ਰੀ ਨਾਨਕ ਜਾਣਿਓ ਸਿੱਧ ਤਬੈ। ਸਿੱਧਾਂ ਨੇ ਸਮਝ ਲਿਆ ਵੀ ਇਹ ਵਾਕਈ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਨੇ। ਕਿਉਂ? ਗੁਰੂ ਨਾਨਕ ਸਾਹਿਬ ਦੀ ਗੱਲਬਾਤ ਹੁੰਦੀ ਸੀਗੀ। ਫਿਰ ਸਿੱਧਾਂ ਨੇ ਸਮਝ ਲਿਆ ਵੀ ਇਹ ਯੋਗ ਨੇ, ਠੀਕ ਹੈਗੇ ਆ, ਸਾਡੇ ਦਾ ਵਿੱਚ ਆਉਣ ਵਾਲੇ ਨਹੀਂ ਹੈਗੇ ਜੀ। ਹਾਂਜੀ।
ਕਰੀ ਪਰੀਖਿਆ ਛੋਰੀ ਗਿਣਤੀ। ਪ੍ਰੀਖਿਆ ਕਰ ਲਈ ਜੀ ਉਹਨਾਂ ਨੇ ਜੀ, ਵੀ ਬਿਲਕੁਲ ਗੁਰੂ ਅਮਰਦਾਸ ਜੀ ਨੇ ਸਹੀ ਨੂੰ ਗੁਰਤਾ ਗੱਦੀ ਤੇ ਬਿਠਾਇਆ। ਗਿਣਤੀਆਂ ਛੱਡਤੀਆਂ ਜੀ ਉਹਨਾਂ ਆਪਣੇ ਮਨ ਚੋਂ ਵੀ ਇਹ ਗਲਤ ਨੇ। ਹਾਂਜੀ, ਹੋਏ ਪ੍ਰਸੰਨ ਭੰਨੀ ਮੁਖ ਬਿਨਤੀ। ਤੇ ਬੜੇ ਖੁਸ਼ ਹੋਏ ਸਿੱਧ ਜੀ, ਵੀ ਵਾਹ ਮਹਾਰਾਜ ਤੁਸੀਂ ਪੂਰੇ ਹੋ, ਠੀਕ ਹੋ, ਤੁਸੀਂ ਗੁਰੂ ਦੀ ਗੱਦੀ ਦੇ ਉੱਤੇ ਬੈਠਣ ਦੇ ਯੋਗ ਹੋ। ਹਾਂਜੀ, ਵਿਦਾ ਭਏ ਕਹਿ ਚਲੇ ਆਦੇਸ਼। ਆਦੇਸ਼ ਕਹਿ ਕੇ, ਜਿਵੇਂ ਆਪਾਂ ਸਤਿ ਸ੍ਰੀ ਅਕਾਲ ਕਹਿੰਦੇ ਆ, ਫਤਿਹ ਬੁਲਾਉਂਦੇ ਆ, ਸਿੱਧ ਮਿਲਦੇ ਸਨ, ਆਦੇਸ਼ ਕਹਿੰਦੇ ਸਨ ਜੀ। ਆਦੇਸ਼ ਕਹਿ ਕੇ ਉੱਥੋਂ ਵਿਦਾ ਹੋਏ ਜੀ। ਹਾਂਜੀ, ਦੇਖਤ ਸੰਗਤ ਤਹਾਂ ਅਸ਼ੇਸ਼। ਸਾਰੀ ਸੰਗਤ ਵੇਖ ਰਹੀ ਹੈ, ਦੀਵਾਨ ਲੱਗਾ ਹੈ ਜੀ। ਹਾਂਜੀ, ਅੰਤਰ ਧਿਆਨ ਭਏ ਤਤਕਾਲਾ। ਬਸ ਖਲੋਤੇ ਸੀਗੇ ਜੀ, ਖਲੋਤੇ ਹੀ ਗੁਪਤ ਹੋ ਗਏ ਜੀ ਉੱਥੇ ਜੀ, ਅੰਤਰ ਧਿਆਨ ਹੋ ਗਏ ਜੀ। ਹਾਂਜੀ, ਸਭ ਬਿਸਮਾਏ ਪਿਖਤ ਬਿਸਾਲਾ। ਉਹ ਸੰਗਤ ਬੜੀ ਹੈਰਾਨ ਹੋਈ ਵੇਖ ਕੇ ਵੀ ਇਹ ਕਿੱਧਰ ਚਲੇ ਗਏ। ਗੱਜ ਕੇ ਆਖੋ, ਹੁਣੇ ਖਲੋਤੇ, ਨਾ ਆਉਂਦੇ ਵਿਖੇ ਨਾ ਜਾਂਦੇ ਹੀ ਵਿਖੇ, ਕਿੱਥੇ ਚਲੇ ਗਏ ਨੇ। ਸੰਗਤਾਂ ਬੜੀਆਂ ਹੈਰਾਨ ਹੋਈਆਂ ਜੀ, ਸਾਡੇ ਸਾਹਮਣੇ ਬੰਦਾ ਗਾਇਬ ਹੋ ਜਾਏ ਅਸੀਂ ਖੁਦ ਹੈਰਾਨ ਹੋ ਜਾਾਂਗੇ ਜੀ। ਹਾਂਜੀ, ਪ੍ਰਸ਼ਨੋਤਰ ਸੁਨ ਕਰ ਸਭ ਕਾਨਾ। ਉਹ ਸਿੱਧਾਂ ਨੇ ਜਿਹੜਾ ਪ੍ਰਸ਼ਨ ਕੀਤਾ, ਮਹਾਰਾਜ ਨੇ ਜਿਹੜਾ ਉੱਤਰ ਦਿੱਤਾ, ਇਹ ਸੰਗਤਾਂ ਨੇ ਵੀ ਆਪਣੇ ਕੰਨਾਂ ਨਾਲ ਸੁਣਿਆ ਜੀ। ਹਾਂਜੀ, ਪਾਰ ਬ੍ਰਹਮ ਗੁਰ ਰੂਪ ਪਛਾਨਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤਾਂ ਦੇ ਮਨਾਂ ਵਿੱਚ ਪੱਕਾ ਦ੍ਰਿੜ ਹੋ ਗਿਆ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਪ ਪਾਰ ਬ੍ਰਹਮ ਪਰਮੇਸ਼ਰ ਹਨ। ਮਹਾਰਾਜ ਆਪ ਮਾਲਕ ਨੇ, ਆਪ ਰੱਬ ਨੇ ਗੁਰੂ ਰਾਮਦਾਸ ਜੀ। ਹਾਂਜੀ, ਬੂਝੇ ਸੰਤ ਕਹਾਂ ਤੇ ਆਏ। ਸੰਗਤ ਮਹਾਰਾਜ ਨੂੰ ਪੁੱਛਦੀ ਹੈ, ਕਿਉਂ ਉਹਨਾਂ ਨੂੰ ਨਹੀਂ ਨਾ ਪਤਾ ਇਹ ਸਿੱਧ ਨੇ। ਸੰਗਤ ਪੁੱਛਦੀ, ਮਹਾਰਾਜ ਇਹ ਸੰਤ ਕਿੱਥੋਂ ਆਏ ਸੀਗੇ ਇੰਨੇ। ਹਾਂਜੀ, ਕਹਿ ਸੁਨ ਟਿਕੇ ਨਾ ਤੁਰਤ ਸਿਧਾਏ। ਤੇ ਮਹਾਰਾਜ ਗੱਲਬਾਤ ਸੁਣ ਕੇ ਟਿਕੇ ਵੀ ਨਹੀਂ, ਭੱਜ ਗਏ ਮਹਾਰਾਜ, ਉਸੇ ਵੇਲੇ ਚਲੇ ਗਏ, ਗੁਪਤ ਹੋ ਗਏ। ਮਹਾਰਾਜ ਇਹ ਕਿੱਥੋਂ ਆਏ ਸਨ ਸਾਰੇ। ਹਾਂਜੀ, ਸਤਿਗੁਰ ਸਰਬ ਸੁਨਾਵਨ ਕੀਨ। ਇਹ ਗੋਰਖ ਕੋ ਪੰਥ ਪ੍ਰਬੀਨ। ਮਹਾਰਾਜ ਕਹਿਣ ਲੱਗੇ ਗੁਰੂ ਰਾਮਦਾਸ ਜੀ ਸੰਗਤ ਨੂੰ, ਮਹਾਰਾਜ ਕਹਿੰਦੇ ਗੋਰਖ ਪੰਥੀ ਨੇ, ਭਾਵ ਸਿੱਧ ਨੇ ਕਹਿਣ ਲੱਗੇ। ਇਹ ਸਿੱਧ ਸਨ ਜਿੰਨੇ ਆਏ ਸਨ। ਹਾਂਜੀ, ਫਿਰ ਹੈ ਸਰਬ ਮਹਿ ਇੱਛਾਚਾਰੀ। ਇਹ ਆਪਣੀ ਇੱਛਾ ਅਨੁਸਾਰ ਦੇਸ਼ ਵਿਦੇਸ਼ ਵਿੱਚ ਵਿਚਰਦੇ ਆ, ਜਿੱਥੇ ਜੀ ਕਰਦਾ ਪਹੁੰਚ ਜਾਂਦੇ ਆ। ਹਾਂਜੀ, ਕਰਨ ਪਰੀਖਿਆ ਏ ਹਮਾਰੀ। ਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਇਹ ਸਾਡੀ ਪ੍ਰੀਖਿਆ ਕਰਨ ਵਾਸਤੇ ਆਏ ਸਨ। ਗੱਜ ਕੇ ਆਖੋ, ਪ੍ਰੀਖਿਆ ਦਾ ਤੇ ਪਤਾ, ਟੈਸਟ ਲੈਣ ਆਏ ਸਨ ਸਾਡਾ। ਹਾਂਜੀ, ਪ੍ਰਸ਼ਨੋਤਰ ਕਰ ਗਏ ਪਿਆਨ। ਇਸ ਕਰਕੇ ਆ ਕੇ ਸਾਨੂੰ ਸਵਾਲ ਪੁੱਛਦੇ ਸੀਗੇ, ਤੇ ਮਹਾਰਾਜ ਕਹਿੰਦੇ ਹੁਣ ਸਵਾਲ ਪੁੱਛ ਕੇ ਜਵਾਬ ਲੈ ਕੇ ਚਲੇ ਗਏ ਆ। ਹਾਂਜੀ, ਸਿੱਧਾਂ ਢਿੱਗ ਸਭ ਸਿੱਧ ਵੱਡ ਮਾਨਾ। ਸਿੱਧਾਂ ਢਿੱਗ ਸਭ ਸਿੱਧ ਵੱਡ ਮਾਨ। ਮਹਾਰਾਜ ਕਹਿੰਦੇ ਤਾਕਤਾਂ ਇਹਨਾਂ ਦੇ ਕੋਲ ਹੈਗੀਆਂ, ਜਿਹਦੇ ਕਰਕੇ ਮਾਣ ਕਰੀ ਫਿਰਦੇ ਆ। ਬੜੀ ਖੇਡ ਹੈਗੀ ਜੀ ਇਹ, ਕਿਤੇ ਗੁਣ ਦਾ ਮਾਣ ਜੀ, ਕਿਤੇ ਤਾਕਤਾਂ ਦਾ ਮਾਣ ਜੀ। ਇਹ ਵਾਹਿਗੁਰੂ ਹੀ ਬਚਾਵੇ ਜੀ, ਰੱਬ ਹੀ ਬਚਾਵੇ ਜੀ। ਬੜੀ ਖੇਡ ਨਿਰਾਲੀ ਹੈ ਜੀ। ਮਹਾਰਾਜ ਕਹਿੰਦੇ ਆਪਣੀਆਂ ਤਾਕਤਾਂ ਤੇ ਮਾਣ ਹੈਗਾ ਇਹਨਾਂ ਨੂੰ। ਹਾਂਜੀ, ਇਮ ਸੁਨ ਕੇ ਸੰਗਤ ਹਰ ਖਾਨੀ। ਇਹ ਸੁਣ ਕੇ ਸਾਰੀ ਸੰਗਤ ਬੜੀ ਖੁਸ਼ ਹੋਈ ਜੀ, ਬੜੀ ਖੁਸ਼ ਹੋਈ, ਪ੍ਰਸੰਨ ਹੋਈ ਕਿ ਸਿੱਧ ਮਹਾਰਾਜ ਦੀ ਪ੍ਰੀਖਿਆ ਲੈਣ ਆਏ ਤੇ ਨਿਰੁੱਤਰ ਹੋ ਕੇ ਗਏ। ਹਾਂਜੀ, ਤੁਮਰੀ ਗਤ ਕਛ ਜਾਏ ਨਾ ਜਾਨੀ। ਹੱਥ ਜੋੜੋ ਤੇ ਪਿਆਰ ਨਾਲ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਤੁਮਰੀ ਗਤ ਕਛ ਜਾਏ ਨਾ ਜਾਨੀ। ਹੱਥ ਜੋੜ ਕੇ ਸੰਗਤਾਂ ਕਹਿਣ ਲੱਗੀਆਂ ਮਹਾਰਾਜ ਤੁਹਾਡੀ ਗਤ ਜਾਣੀ ਨਹੀਂ ਜਾ ਸਕਦੀ, ਸਮਝੀ ਨਹੀਂ ਜਾ ਸਕਦੀ। ਸੱਚੇ ਪਾਤਸ਼ਾਹ ਤੁਹਾਡੀਆਂ ਤੁਸੀਂ ਜਾਣਦੇ ਹੋ। ਹਾਂਜੀ, ਸਿੱਖਿਆਨ ਹਿਤ ਨਿਜ ਰੂਪ ਧਰਿਓ ਹੈ। ਸੰਗਤ ਕੋ ਕਲਿਆਣ ਕਰਿਓ ਹੈ। ਤੇ ਸੰਗਤਾਂ ਕਹਿਣ ਲੱਗੀਆਂ ਮਹਾਰਾਜ ਤੁਸੀਂ ਸਾਡੇ ਵਾਸਤੇ ਆ ਰੂਪ ਬਣਾਇਆ ਜੀ। ਰੱਬ ਕਿਉਂ ਆਉਂਦਾ ਧਰਤੀ ਤੇ? ਸਾਡਾ ਭਲਾ ਕਰਨ ਵਾਸਤੇ ਜੀ। ਹਾਂਜੀ, ਕਹਿੰਦੇ ਮਹਾਰਾਜ ਤੁਸੀਂ ਸਾਡੇ ਵਾਸਤੇ ਇਹ ਰੂਪ ਬਣਾਇਆ, ਸਾਡਾ ਭਲਾ ਕਰ ਰਹੇ, ਸਾਨੂੰ ਦਰਸ਼ਨ ਦੇ ਰਹੇ ਹੋ। ਹਾਂਜੀ,
ਸੁਨ ਇਮ ਸਭਿਨ ਨਿਵਾਵਿਓ ਸੀਸ, ਤੁਮ ਸੁਖ ਦਾਤੇ ਹੋ ਜਗਦੀਸ਼। ਤੇ ਸਾਰਿਆਂ ਨੇ ਨਾ ਜੀ ਸਿੱਧਾਂ ਦੀ ਗੱਲ ਸੁਣ ਕੇ, ਸਿੱਧ ਆਏ ਸਨ, ਨਿਰੁੱਤਰ ਹੋ ਕੇ ਗਏ ਆ। ਇਹ ਗੱਲ ਸੁਣ ਕੇ ਸਾਰੇ ਸਿੱਧਾਂ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਜੀ। ਟੇਕੋ, ਕਹੋ ਪ੍ਰੇਮ ਨਾਲ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਮਹਾਰਾਜ ਤੁਸੀਂ ਸੁਖ ਦਾਤੇ ਹੋ, ਹਾਂਜੀ, ਜਗਦੀਸ਼ ਹੋ, ਮਾਲਕ ਹੋ ਜਗਤ ਦੇ, ਹਾਂਜੀ। ਕਿਰਪਾ ਦ੍ਰਿਸ਼ਟ ਸੰਗਤ ਪਰ ਕਰੀ, ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਕੀਤੀ ਸੰਗਤ ਤੇ ਜੀ, ਹਾਂਜੀ। ਭਏ ਨਿਹਾਲ ਕਿਤਕ ਤਿਸ ਘਰੀ, ਤੇ ਬਸ ਉਸੇ ਵੇਲੇ ਹੀ ਨਿਹਾਲ ਹੋ ਗਏ ਜੀ ਸਾਰੇ ਜੀ। ਉਹ ਮਿਹਰ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਜੂ ਵਰਸਦਾ ਹੈ ਜੀ, ਤੇ ਸੰਗਤਾਂ ਨਿਹਾਲ ਹੋਈਆਂ ਜੀ, ਹਾਂਜੀ। ਕੇਤਿਕ ਦਿਓਸ ਬਿਤਾਵਨ ਕੀਨ, ਸ਼੍ਰੀ ਸਤਿਗੁਰੂ ਵਿਸਾਲ ਪ੍ਰਬੀਨ। ਬਸ ਕੁਝ ਦਿਨ ਹੋਰ ਬਤੀਤ ਹੋਏ, ਮਹਾਰਾਜ ਦਾ ਪ੍ਰਤਾਪ ਹੋਰ ਵੱਡਾ ਹੋ ਗਿਆ ਜੀ। ਪ੍ਰਤਾਪ ਬੜਾ ਵੱਡਾ ਗੁਰੂ ਰਾਮਦਾਸ ਜੀ ਦਾ। ਤੁਸੀਂ ਵੇਖ ਲਓ, ਅੱਜ ਤੋਂ 50 ਸਾਲ ਪਹਿਲਾਂ ਜਿਹੜੀਆਂ ਦਰਬਾਰ ਸਾਹਿਬ ਖੇਡ ਸੀ, ਉਹ ਅੱਜ ਨਹੀਂ ਹੈਗੀ, ਅੱਜ ਹਜ਼ਾਰਾਂ ਗੁਣਾ ਵੱਧ ਗਈ ਜੀ। ਅੱਜ ਕੇ ਆਖੋ ਵਾਹਿਗੁਰੂ। ਸਰੀਰ ਬੈਠੇ ਜਿਨ੍ਹਾਂ 50 ਸਾਲ ਪਹਿਲਾਂ ਦਰਸ਼ਨ ਕੀਤੇ ਹੋਣਗੇ ਜੀ, ਹਾਂਜੀ। ਅੱਜ ਤੋਂ 50 ਸਾਲ ਪਹਿਲਾਂ ਉਹ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਸਨ, ਅੱਜ ਦਰਸ਼ਨ ਕਰਦੇ ਖੇਡ ਹਜ਼ਾਰਾਂ ਗੁਣਾ ਵੱਧ ਗਈ ਜੀ। ਦਿਨੋਂ ਦਿਨ ਮਹਾਰਾਜ ਦਾ ਜਸ ਵੱਧ ਰਿਹਾ, ਦਿਨੋਂ ਦਿਨ ਗੁਰੂ ਰਾਮਦਾਸ ਜੀ ਦਾ ਪ੍ਰਤਾਪ ਵੱਧ ਰਿਹਾ ਜੀ, ਹਾਂਜੀ। ਦੋਹਰਾ ਰਾਮਦਾਸ ਸ੍ਰੀ ਸਤਿਗੁਰੂ ਰਹਿ ਪ੍ਰੇਮ ਗਲਤਾਨ। ਹੁਣ ਅੱਗੋਂ ਕਵੀ ਸੰਤੋਖ ਸਿੰਘ ਨਵਾਂ ਪ੍ਰਸੰਗ ਲਿਖਦੇ, ਰਾਮਦਾਸ ਸ੍ਰੀ ਸਤਿਗੁਰੂ ਰਹਿ ਪ੍ਰੇਮ ਗਲਤਾਨ। ਮਹਾਰਾਜ ਗੁਰੂ ਰਾਮਦਾਸ ਸਾਹਿਬ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸਦਾ ਵਾਹਿਗੁਰੂ ਦੇ ਪ੍ਰੇਮ ਵਿੱਚ ਮਗਨ ਰਹਿੰਦੇ ਆ ਜੀ। ਗੱਜ ਕੇ ਆਖੋ, ਆਪਾਂ ਥੋੜਾ ਸਮਾਂ ਮਗਨ ਰਹਿੰਦੇ ਜੀ, ਮਹਾਰਾਜ ਅੱਠੇ ਪਹਿਰ ਹੀ ਮਗਨ ਰਹਿੰਦੇ ਜੀ, ਹਾਂਜੀ। ਸਤਨਾਮ ਸਿਮਰਨ ਕਰਨ ਦੇ ਸਿੱਖਿਆਨ ਕਹੋ ਦਾਨ। ਤੇ ਮਹਾਰਾਜ ਕਿਰਪਾ ਕਰਦੇ ਆ ਸਿੱਖਾਂ ਨੂੰ, ਆਪਣੇ ਪਿਆਰਿਆਂ ਨੂੰ, ਕੋਈ ਵੀ ਆ ਜੇ ਮਹਾਰਾਜ ਉਹਨਾਂ ਨੂੰ ਵਾਹਿਗੁਰੂ ਦੇ ਸਿਮਰਨ ਦੀ ਦਾਤ ਦਿੰਦੇ ਆ, ਭਜਨ ਦੀ ਦਾਤ ਦਿੰਦੇ ਆ, ਸਿਮਰਨ ਦੀ ਦਾਤ ਦਿੰਦੇ ਆ ਮਹਾਰਾਜ। ਕੇਵਲ ਕਹਿੰਦੇ ਹੀ ਨਹੀਂ ਆ ਵੀ ਨਾਮ ਜਪੋ, ਪਿਆਰਿਓ ਗੁਰੂ ਰਾਮਦਾਸ ਸਾਹਿਬ ਜੀ ਸਿੱਖਾਂ ਦੇ ਅੰਦਰ ਨਾਮ ਟਿਕਾ ਦਿੰਦੇ ਹਨ ਜੀ, ਹਾਂਜੀ। ਚੌਪਈ ਸਤ ਸੰਗਤ ਹਿਤ ਹੋਤ ਵਿਸਾਲਾ। ਸਤ ਸੰਗਤ ਨਿਤ ਹੋਤ ਵਿਸਾਲਾ। ਹਰ ਰੋਜ਼ ਸੰਗਤ ਹੁੰਦੀ ਮਹਾਰਾਜ ਦੀ ਹਜ਼ੂਰੀ ਵਿੱਚ ਜੀ, ਹਾਂਜੀ। ਆਵਹਿ ਸਿੱਖ ਬਨਹਿ ਨਿਤ ਜਾਲਾ। ਵਾਹਿਗੁਰੂ। ਗੱਜ ਕੇ ਆਖੋ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਕਵੀ ਸੰਤੋਖ ਸਿੰਘ ਜੀ ਲਿਖਦੇ, ਜਿਹੜਾ ਪੁਰਸ਼ ਵੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਦਾ ਸਿੱਖ ਹੀ ਬਣ ਜਾਂਦਾ ਜੀ। ਮਹਾਰਾਜ ਦੇ ਦਰਸ਼ਨ ਬੜੇ ਸੋਹਣੇ ਜੀ। ਮਹਾਰਾਜ ਜੀ ਦੇ ਕੋਲ ਬੈਠ ਕੇ ਸ਼ਾਂਤੀ ਬੜੀ ਮਿਲਦੀ ਹੈ, ਹਾਂਜੀ। ਉਹ ਜਿਹੜਾ ਵੀ ਮਹਾਰਾਜ ਦੇ ਚਰਨਾਂ 'ਚ ਆਉਂਦਾ ਉਹ ਗੁਰੂ ਜੀ ਦਾ ਸਿੱਖ ਬਣ ਕੇ ਜਾਂਦਾ ਜੀ, ਹਾਂਜੀ। ਜੈ ਕਹਿ ਨਗਰ ਗ੍ਰਾਮ ਵੱਡ ਛੋਟੇ। ਜਿੱਥੇ ਜਿੱਥੇ ਛੋਟੇ ਵੱਡੇ ਪਿੰਡ ਸਨ ਜੀ, ਹਾਂਜੀ। ਗੁਰ ਗੁਰ ਜਪਹਿ ਲੱਖ ਕਈ ਕੋਟੇ। ਕਮਾਲ ਦੀ ਗੱਲ ਹੈ, ਲੱਖਾਂ ਕਰੋੜਾਂ ਲੋਕ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ ਜੀ। ਤੁਸੀਂ ਵੀ ਕਹੋ, ਧੰਨ ਗੁਰੂ ਰਾਮਦਾਸ ਸਾਹਿਬ ਜੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ। ਮਹਾਰਾਜ ਦਾ ਪ੍ਰਤਾਪ ਬੜਾ ਵੱਡਾ ਬਣ ਗਿਆ। ਜਿਹੜਾ ਆਵੇ ਦਰਸ਼ਨ ਕਰਕੇ ਹੀ ਸਿੱਖ ਬਣ ਜੇ ਮਹਾਰਾਜ ਦੇ, ਹਾਂਜੀ। ਸਿੱਖੀ ਕੇ ਮਾਰਗ ਸ਼ੁਭ ਪਰ ਹੀ। ਸਿੱਖੀ ਦੇ ਸ਼ੁਭ ਰਸਤੇ ਤੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਹੀ ਬੰਦਾ ਪੈ ਜੇ ਜੀ। ਸਿੱਖ ਦਾ ਤੇ ਦਰਸ਼ਨ ਇਹੋ ਜਿਹਾ ਹੋਣਾ ਚਾਹੀਦਾ ਹੈ, ਜਿਹੜਾ ਸਿੱਖ ਦੇ ਦਰਸ਼ਨ ਕਰੇ ਉਹਨੂੰ ਗੁਰੂ ਦਾ ਚੇਤਾ ਆਵੇ ਜੀ, ਹਾਂਜੀ। ਤੇ ਗੁਰੂ ਸਾਹਿਬ ਦੇ ਦਰਸ਼ਨ ਐਸੇ ਹੈ ਵੀ ਜਿਹੜਾ ਗੁਰੂ ਦੇ ਦਰਸ਼ਨ ਕਰੇ ਉਹ ਗੁਰੂ ਦਾ ਹੀ ਹੋ ਕੇ ਰਹਿ ਜੇ ਜੀ, ਹਾਂਜੀ। ਅਪਰਨ ਕੇ ਮਤ ਕੋ ਪਰ ਹਰਹੀ। ਉਹ ਹੋਰ ਮੱਤਾਂ ਛੱਡੀ ਜਾਂਦੇ ਜੀ ਲੋਕ ਜੀ, ਗੁਰੂ ਰਾਮਦਾਸ ਜੀ ਦੇ ਬਣੀ ਜਾਂਦੇ ਜੀ, ਹਾਂਜੀ। ਮਾਨੁਖ ਜਨਮ ਸਫਲਤਾ ਕਰਹੀ। ਸਿੱਖੀ ਧਾਰਨ ਕਰਦੇ ਆ, ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਦੇ ਆ, ਆਪਣੇ ਜਨਮ ਨੂੰ ਸਫਲਾ ਕਰਦੇ ਜੀ, ਹਾਂਜੀ।
ਗੁਰ ਮਹਿਮਾ ਸ਼ਰਧਾ ਤੇ ਧਰਹੀ। ਤੇ ਸਭ ਤੋਂ ਵੱਡੀ ਗੱਲ, ਜਿਹੜਾ ਜਿਹੜਾ ਮਹਾਰਾਜ ਦਾ ਸਿੱਖ ਬਣਦਾ ਨਾ ਜੀ, ਉਹਦੇ ਮਨ ਵਿੱਚ ਗੁਰੂ ਜੀ ਦੀ ਮਹਿਮਾ ਵਸ ਜਾਂਦੀ ਹੈ। ਗੱਜ ਕੇ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਬੜੀ ਸ਼ਰਧਾ ਦੇ ਨਾਲ ਉਹ ਮਹਾਰਾਜ ਜੀ ਦੀ ਮਹਿਮਾ ਵਿੱਚ ਲੱਗ ਜਾਂਦਾ ਜੀ। ਹਾਂਜੀ, ਮਹਿਮਾ ਕੀ ਹੈ ਜੀ? ਸਾਡੇ ਗੁਰੂ ਸਾਹਿਬ ਪੂਰੇ ਹੈ ਜੀ। ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ। ਇਹ ਹੈ ਮਹਿਮਾ ਵਸ ਜਾਣੀ ਜੀ, ਗੁਰੂ ਜੀ ਦਾ ਪ੍ਰਤਾਪ ਹਿਰਦੇ 'ਚ ਵਸਣਾ। ਉਹ ਜਿਹੜਾ ਜਿਹੜਾ ਦਰਸ਼ਨ ਕਰਦਾ ਨਾ ਜੀ, ਉਹ ਬਾਕੀ ਮੱਤਾਂ ਛੱਡ ਕੇ ਤੇ ਗੁਰੂ ਰਾਮਦਾਸ ਜੀ ਦਾ ਹੀ ਬਣ ਜਾਂਦਾ ਜੀ। ਗੁਰੂ ਰਾਮਦਾਸ ਜੀ ਦਾ ਹੀ ਹੋ ਕੇ ਰਹਿ ਜਾਂਦਾ ਜੀ। ਗੁਰੂ ਰਾਮਦਾਸ ਜੀ ਦੇ ਪ੍ਰਤੀ ਸ਼ਰਧਾ ਧਾਰਨ ਕਰ ਲੈਂਦਾ ਜੀ। ਹਾਂਜੀ, ਦੁਸ਼ਟ ਦੇਖ ਕਰ ਦੁਖਤ ਵਿਸਾਲੇ। ਉਹ ਮਾੜੀ ਮੱਤ ਵਾਲੇ ਜਿਨ੍ਹਾਂ ਮਾੜੇ ਮੋਟੇ ਪੰਥ ਬਣਾਏ ਆ, ਉਹ ਬੜੇ ਦੁਖੀ ਹੋਣ ਜੀ। ਹਾਂ, ਹੁਣ ਵੀ ਕਈ ਹੁੰਦੇ ਹੀ ਆ ਵੀ ਦਰਬਾਰ ਸਾਹਿਬ ਲੋਕ ਜਾਂਦੇ ਜੀ, ਬਾਕੀ ਥਾਵਾਂ ਤੇ ਜਾਂਦੇ ਨਹੀਂ ਜੀ, ਉਹ ਬੜੇ ਈਰਖਾ ਕਰਨ ਜੀ। ਹਾਂਜੀ, ਬਰਖਾ ਜਲਹੇ ਜਵਾਸੋ ਜਾਲੇ। ਕਹਿੰਦੇ ਜਿਵੇਂ ਬਾਰਿਸ਼ ਪਵੇ ਤੇ ਜਵਾਵਾਂ ਦੇ ਪੌਦੇ ਜਿਹੜੇ ਆ ਨਾ, ਜਵਾਂ ਦੇ ਪੌਦੇ ਉਹ ਸੜ ਜਾਂਦੇ ਆ। ਮਹਾਰਾਜ ਤੇ ਮੀਂਹ ਪਾ ਰਹੇ ਜੀ, ਮੀਂਹ ਨਾਲ ਤੇ ਖੁਸ਼ੀ ਹੁੰਦੀ ਸਾਰਿਆਂ ਨੂੰ ਜੀ, ਪਰ ਉਹ ਜਵਾਂ ਸੜ ਰਿਹਾ ਜੀ। ਉਹ ਬੂਟਾ ਹੀ ਇਹੋ ਜਿਹਾ ਜੀ, ਪਾਣੀ ਪਵੇ ਸੜਦਾ ਜੀ ਉਹ ਜੀ। ਹਾਂਜੀ, ਤੇ ਕਈ ਬੂਟੇ ਇਹੋ ਜਿਹੇ ਮੀਂਹ ਪੈਵੇ ਤੇ ਉਹ ਹਰੇ ਭਰੇ ਹੋ ਜਾਂਦੇ ਜੀ। ਮਹਾਰਾਜ ਤੇ ਕਰ ਰਹੇ ਬਖਸ਼ਿਸ਼ਾਂ, ਪਰ ਕਈ ਦੁਖੀ ਹੁੰਦੇ ਜੀ। ਹਾਂਜੀ, ਸਹਿ ਨਹਿ ਸਕਹਿ ਕਮੂਡ ਕੋ ਭਾਗੇ। ਉਹ ਮੂਰਖ ਬੰਦੇ ਧੰਨ ਗੁਰੂ ਰਾਮਦਾਸ ਜੀ ਦਾ ਜਸ ਸਹਿਣ ਨਹੀਂ ਕਰ ਪਾ ਰਹੇ ਜੀ। ਹਾਂਜੀ, ਮਨਹੁ ਚੰਦਰਕਾ ਬਿਰਹਨ ਲਾਗੇ। ਜਿਵੇਂ ਚਾਂਦਨੀ ਸਾਧ ਸੰਗਤ ਜੀ ਬਿਰਹਨ ਇਸਤਰੀ ਨੂੰ ਦੁਖਦਾਈ ਲੱਗਦੀ ਹੈ ਨਾ, ਬਸ ਉਹ ਬੜੇ ਦੁਖੀ ਹੁੰਦੇ ਜੀ ਲੋਕ ਜੀ। ਹਾਂਜੀ, ਸਿੱਖਨ ਕੀ ਅਸਰੀਤ ਨਵੀਨ। ਏਕ ਤਪੇ ਨੇ ਦੇਖਨ ਕੀਨ। ਉਹ ਇੱਕ ਤਪਾ, ਗੱਜ ਕੇ ਆਖੋ ਵਾਹਿਗੁਰੂ। ਤਪਾ ਹੁੰਦਾ ਜੀ ਜਿਹੜਾ ਥੋੜਾ ਬਹੁਤਾ ਤਪ ਕਰਦਾ ਤੇ 4-5 ਲੋਕ ਉਹਦੇ ਮਗਰ ਲੱਗੇ ਜੀ। ਹਾਂਜੀ, ਉਹ ਇੱਕ ਤਪਾ ਜੀ। ਉਹਨੇ ਮਹਾਰਾਜ ਦੀ ਵੱਡੀ ਵਡਿਆਈ ਵੇਖੀ, ਉਹ ਜਰ ਨਾ ਸਕਿਆ ਜੀ, ਉਹਨੂੰ ਬੜਾ ਦੁੱਖ ਹੋਇਆ ਜੀ। ਹਾਂਜੀ, ਤਰਕ ਕਰਨ ਕੋ ਉਮਗਿਓ ਰਹਿ। ਉਹਦੇ ਮਨ ਵਿੱਚ ਤੇ ਘੱਬ ਨਾ ਪੈਣ ਵੀ ਮੈਂ ਮਹਾਰਾਜ ਨਾਲ ਗੱਲ ਕਰਨੀ ਜਾ ਕੇ। ਵੇਖ ਲਓ, ਦਰਸ਼ਨ ਕਰਨ ਨਹੀਂ ਆਉਣਾ, ਲੜਾਈ ਕਰਨ ਆਉਣਾ ਜੀ। ਕਈ ਜਦੋਂ ਸਵਾਲ ਪੁੱਛਦੇ ਆ ਕੇ, ਤਾਂ ਸਵਾਲ ਥੋੜੀ ਪੁੱਛਦੇ ਜੀ, ਉਹ ਲੜਾਈ ਕਰਦੇ ਜੀ ਆ ਕੇ। ਹਾਂਜੀ, ਇਹੋ ਕਿਆ ਕੀਨ ਨਰਨ ਸੋਲ ਕਹੈ। ਉਹ ਸੋਚਦਾ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣਾ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਇਹ ਕਿਹੜਾ ਉਪਦੇਸ਼ ਦੇਂਦਾ ਇਹ ਚ ਲੋਕਾਂ ਨੂੰ। ਹਾਂਜੀ, ਬੂਝਨ ਕੋ ਕਰ ਪ੍ਰੀਤ ਬਡੇਰੀ। ਮਨ ਵਿੱਚ ਵਿਚਾਰ ਲੈ ਕੇ ਵੀ ਮੈਂ ਪੁੱਛਣਾ, ਇਹ ਤੀਬਰ ਇੱਛਾ ਬਣ ਗਈ ਜੀ ਉਸ ਤਪੇ ਦੀ ਜੀ। ਹਾਂਜੀ, ਆਏ ਸਭਾ ਸਤਿਗੁਰ ਕੀ ਹੇਰੀ। ਜੜਾਵਾਂ ਕੀਤੀਆਂ, ਭੇਖ ਪਾਇਆ, ਟਿੱਕੇ ਲਾਏ ਐ, ਤੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੀ ਸਰਕਾਰ ਜਿੱਥੇ ਬੈਠੇ ਉੱਥੇ ਪਹੁੰਚ ਗਿਆ ਜੀ ਉਹ। ਹਾਂਜੀ, ਬੰਧਨ ਕਰ ਸਮੀਪ ਤਬ ਥਿਰਿਓ। ਬੰਧਨ ਕਰ, ਫਿਰ ਪੜੋ। ਬੰਧਨ ਕਰ ਸਮੀਪ ਤਬ ਥਿਰਿਓ। ਬੰਧਨ ਕਰ ਸਮੀਪ ਤਬ ਖਿਰਿਓ। ਕੀ ਹੋਇਆ ਜੀ? ਉਹਨੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਕੇ ਤੇ ਲਾਗੇ ਖਲੋ ਗਿਆ ਜੀ ਉਹ ਜੀ। ਉਹ ਮਜਬੂਰੀ ਬਸ ਮੱਥਾ ਤੇ ਟੇਕਣਾ ਹੀ ਪੈਣਾ ਹੈਗਾ ਜੀ। ਹਾਂਜੀ, ਬੈਠਾਇਵ ਗੁਰ ਆਦਰ ਕਰਿਓ। ਗੁਰੂ ਰਾਮਦਾਸ ਜੀ ਨੂੰ ਪਤਾ ਲੱਗ ਗਿਆ ਵੀ ਇਹ ਸਾਡੇ ਨਾਲ ਤਰਕ ਕਰਨ ਆਇਆ ਜੀ। ਪਰ ਧੰਨ ਗੁਰੂ ਰਾਮਦਾਸ ਸਾਹਿਬ ਸਤਿਗੁਰਾਂ ਨੇ ਬੜੇ ਸਤਿਕਾਰ ਨਾਲ ਉਹਨੂੰ ਕੋਲ ਬਿਠਾਇਆ ਜੀ ਆਪਣੇ। ਹਾਂਜੀ, ਪੁੰਨ ਬੂਝਿਓ ਕਹਿ ਦੁਸ਼ਟਨ ਦਵਨੂ। ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਗੁਰੂ ਰਾਮਦਾਸ ਸਾਹਿਬ ਬੜੇ ਪਿਆਰ ਨਾਲ ਹੁਣ ਉਹਦੇ ਨਾਲ ਗੱਲਬਾਤ ਸ਼ੁਰੂ ਕਰਨ ਲੱਗੇ ਜੀ। ਹਾਂਜੀ, ਕਾਰਨ ਕਵਨ ਆਪ ਆਗਵਨੋ। ਵੇਖੋ ਮਹਾਰਾਜ ਕਿੰਨਾ ਸਤਿਕਾਰ ਕਰਦੇ ਜੀ। ਕਾਰਨ ਕਵਨ ਆਪ ਆਗਵਨੂ। ਮਹਾਰਾਜ ਕਹਿੰਦੇ ਜੀ ਕੀ ਗੱਲ ਤੁਸੀਂ ਆਪ ਚੱਲ ਕੇ ਆਏ?
ਗੱਜ ਕੇ ਆਖੋ ਵਾਹਿਗੁਰੂ। ਵੀ ਤੁਸੀਂ ਆਪ ਚੱਲ ਕੇ ਆਏ, ਕਿਸੇ ਨੂੰ ਹੋਰ ਭੇਜ ਦਿੰਦੇ, ਅਸੀਂ ਲੰਘਦੇ ਲੰਘਦੇ ਆ ਜਾਂਦੇ। ਕੀ ਗੱਲ ਤੁਸੀਂ ਆਪ ਚੱਲ ਕੇ ਆਏ। ਵੇਖੋ ਪਦਵੀ ਕਿੰਨੀ ਵੱਡੀ ਤੇ ਨਿਮਰਤਾ ਵੇਖੋ। ਹਾਂਜੀ। ਤਪਾ ਕਹਿਨ ਲਾਗਸ ਹਿਤ ਕਿਰਪਾ ਕਰਹੁ ਸਮਝਾਵਹੁ ਕਹਿ ਕੈ। ਮਹਾਰਾਜ ਕਹਿੰਦੇ ਕਿਰਪਾ ਕਰਕੇ ਦੱਸੋ ਵੀ ਤੁਸੀਂ ਆਏ ਹੋ, ਕੀ ਕਾਰਨ ਹੈ। ਹਾਂਜੀ। ਹਮ ਪੂਰ ਹੈ ਤਿਹ ਚਿਤ ਮਹਿ ਚਹਿ ਕੈ। ਮਹਾਰਾਜ ਕਹਿੰਦੇ ਜੋ ਤੁਹਾਡੇ ਮਨ ਵਿੱਚ ਇੱਛਾ ਨਾ, ਉਹ ਸਾਨੂੰ ਦੱਸੋ, ਸਾਡੀ ਇੱਛਾ ਹੈਗੀ ਤੁਹਾਡੇ ਮਨ ਦੀ ਇੱਛਾ ਪੂਰੀ ਕਰੀਏ। ਕਹਿਣ ਲੱਗੇ ਤੁਸੀਂ ਚੱਲ ਕੇ ਆਏ ਹੋ। ਅਸਲ 'ਚ ਤਪੇ ਲੋਕ ਸਤਿਕਾਰ ਚਾਹੁੰਦੇ ਨਾ ਜੀ ਆਪਣਾ। ਹਾਂਜੀ। ਤਪਾ ਕਹਿਨ ਲਾਗਸ ਚਿਤ ਚਾਹੂ। ਤੇ ਤਪਾ ਸੁਣ ਕੇ ਫਿਰ ਆਪਣੇ ਮਨ ਦੀ ਗੱਲ ਦੱਸਣ ਲੱਗਾ ਜੀ। ਉਹਦੇ ਮਨ 'ਚ ਜੋ ਹੈ ਤੁਹਾਨੂੰ ਪਤਾ ਹੀ ਹੈ। ਹਾਂਜੀ। ਭ੍ਰਮਨ ਕਰਿਓ ਬਹੁ ਅਵਨੀ ਮਾਹੂ। ਗੱਲ ਸ਼ੁਰੂ ਕੀਤੀ ਜੀ ਉਹਨੇ। ਕਹਿਣ ਲੱਗਾ ਜੀ ਮੈਂ ਬਹੁਤ ਦੂਰ ਦੂਰ ਤੱਕ ਤੁਰ ਫਿਰ ਕੇ ਵੇਖਿਆ, ਬੜਾ ਮੈਂ ਭਰਮਣ ਕੀਤਾ, ਬੜਾ ਤੁਰਿਆ ਫਿਰਿਆ ਮੈਂ। ਸਕਲ ਮਤਨ ਕੇ ਸੰਤ ਵਿਸ਼ੇਖੇ। ਮੈਂ ਬੜੀਆਂ ਬੜੀਆਂ ਮਤਾਂ ਦੇ ਸੰਤ ਲੋਕ ਵੇਖੇ ਆ। ਗੱਜ ਕੇ ਆਖੋ ਵਾਹਿਗੁਰੂ। ਜਿਹੜੇ ਕਈ ਤੇ ਮਹਾਰਾਜ ਕਹਿੰਦੇ ਨਾ ਸੰਤ ਸਮੂਹ ਅਨੇਕ ਮਤੀ ਕੇ। ਕਈ ਬਿਲਕੁਲ ਹੀ ਨਾਂਗੇ ਰਹਿੰਦੇ ਆ, ਕਈ ਲੰਗੋਟ ਹੀ ਧਾਰਨ ਕਰਦੇ, ਕਈ ਕੱਪੜੇ ਪਾਉਂਦੇ ਆ, ਕਈ ਗੁਪਤ ਰਹਿੰਦੇ ਆ, ਕਈ ਪ੍ਰਗਟ ਰਹਿੰਦੇ ਆ। ਤਪਾ ਮਹਾਰਾਜ ਨੂੰ ਕਹਿ ਰਿਹਾ, ਕਹਿਣ ਲੱਗਾ ਜੀ ਮੈਂ ਬੜੇ ਸੰਤ ਮਹਾਂਪੁਰਖ ਵੇਖੇ ਆ। ਵੇਦ ਪੁਰਾਨ ਸੁਨੇ ਬਹੁ ਦੇਖੇ। ਵੇਦ ਪੁਰਾਣ ਮੈਂ ਸੁਣੇ ਆ ਤੇ ਵੇਖੇ ਵੀ ਹੈ, ਭਾਵ ਪੜ੍ਹੇ ਵੀ ਹੈ। ਹਾਂਜੀ। ਤੀਰਥ ਬ੍ਰਿਦਨ ਯਾਤਰਾ ਕਰੀ, ਬਹੁ ਥਲ ਜਲ ਪਾਵਨਤਾ ਧਰੀ। ਤੀਰਥ ਬ੍ਰਿੰਦਨ ਯਾਤਰਾ ਕਰੀ ਤੇ ਮੈਂ ਆਪਣੀ ਜ਼ਿੰਦਗੀ 'ਚ ਬੜੇ ਤੀਰਥਾਂ ਤੇ ਗਿਆ। ਕਹਿਣ ਲੱਗਾ ਬੜੀ ਦੂਰ ਦੂਰ ਮੈਂ ਅਨੇਕਾਂ ਤੀਰਥਾਂ ਦੀ ਯਾਤਰਾ ਕੀਤੀ ਹੈ ਤੇ ਮੈਂ ਬਹੁਤ ਤੀਰਥਾਂ ਤੇ ਇਸ਼ਨਾਨ ਕਰਕੇ ਪਵਿੱਤਰ ਵੀ ਹੋਇਆ। ਕਹਿਣ ਲੱਗਾ ਆਪੇ ਹੀ ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗਾ ਵੀ ਮੈਂ ਮਹਾਰਾਜ ਬੜੀਆਂ ਥਾਵਾਂ ਤੇ ਗਿਆ। ਹਾਂਜੀ। ਸਿੱਖ ਤੁਮਾਰੇ ਬਹੁ ਅਭਿਮਾਨੀ। ਪਰ ਤੁਹਾਡੇ ਸਿੱਖ ਬੜੇ ਅਭਿਮਾਨੀ ਹੈਗੇ। ਕਹਿਣ ਲੱਗਾ ਹਾਂਜੀ। ਸ਼ਾਸਤਰ ਰੀਤ ਨਾ ਜਾਨੀ ਮਾਨੀ। ਸ਼ਾਸਤਰ ਦੀ ਰੀਤੀ ਨੂੰ ਨਹੀਂ, ਵੇਦ ਪੁਰਾਣ ਜੋ ਕਹਿੰਦੇ ਆ ਉਹਨਾਂ ਨੂੰ ਉਹ ਸੁਣਦੇ ਨਹੀਂ, ਮੰਨਦੇ ਨਹੀਂ। ਹਾਂਜੀ। ਵਰਨਾਸ਼ਰਮ ਜਗ ਮਹਿ ਸਮੁਦਾਏ, ਕਹਿਓ ਵੇਦ ਸਭ ਕੇ ਮਨ ਭਾਏ। ਵਰਨ ਆਸ਼ਰਮ ਦੀ ਗੱਲ ਵੇਦਾਂ ਨੇ ਕੀਤੀ ਹੈ। ਵਰਨ ਆਸ਼ਰਮ ਪਤਾ ਕੀ ਜੀ, ਵੀ 25 ਕੁ ਸਾਲ ਤੱਕ ਵਿੱਦਿਆ ਲੈਣੀ ਜੀ, 25 ਤੋਂ 50 ਸਾਲ ਤੱਕ ਦੀ ਉਮਰ 'ਚ ਵਿਆਹ, ਭਾਵ ਪਰਿਵਾਰ ਬਣ ਜਾਂਦਾ ਜੀ। ਤੇ 50 ਸਾਲ ਦੀ ਉਮਰ ਤੋਂ ਬਾਅਦ ਸਾਧੂਆਂ ਸੰਤਾਂ ਨਾਲ ਰਹਿਣਾ ਜੀ, 25 ਸਾਲ 75 ਸਾਲ ਤੱਕ। ਤੇ 75 ਸਾਲ ਤੋਂ ਬਾਅਦ ਜੰਗਲ ਵਿੱਚ ਚਲੇ ਜਾਣਾ ਜੀ। ਇੱਕ ਤੇ 4 ਵਰਨ ਇਹ ਵੀ ਮੰਨੇ ਜੀ, ਆਸ਼ਰਮ ਮੰਨੇ ਆਏ। ਤੇ ਇੱਕ ਇਹ 4 ਵਰਨ ਮੰਨਦੇ, ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ਼ ਜੀ। ਹਾਂਜੀ। ਸਿੱਖ ਉਹ ਵੀ ਨਹੀਂ ਮੰਨਦੇ ਜੀ, ਉਹ ਨਾ ਤੇ ਘਰ ਛੱਡ ਕੇ ਜਾਂਦੇ ਜੀ ਕਿਤੇ, ਨਾ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹੀ ਮੰਨਦੇ ਆ। ਤੁਮਰੇ ਸਿੱਖ ਨ ਜਾਣੈ ਸੋਈ। ਤੁਹਾਡੇ ਸਿੱਖ ਨਾ ਇਹ ਗੱਲਾਂ ਮੰਨਦੇ ਨਹੀਂ। ਕਹਿਣ ਲੱਗਾ ਹਾਂਜੀ। ਇਹ ਸ਼ੁਭ ਰੀਤ ਚਲਤ ਨਹਿ ਕੋਈ। ਆਪਣੀ ਰੀਤੀ ਨੂੰ ਤੇ ਸਾਰੇ ਵਧੀਆ ਹੀ ਕਹਿੰਦੇ ਆ ਜੀ। ਕਹਿੰਦਾ ਜੀ ਇਹ ਸ਼ੁਭ ਰੀਤੀ ਹੈ, ਗੁਰੂ ਰਾਮਦਾਸ ਜੀ ਤੁਹਾਡੇ ਸਿੱਖ ਤੇ ਇੰਜ ਚੱਲਦੇ ਹੀ ਨਹੀਂ ਹੈ। ਹਾਂਜੀ। ਤੁਮਕੋ ਜਨ ਹੈ ਪੂਜਨ ਠਨ ਹੈ। ਤੁਮਕੋ ਜਨ ਹੈ ਪੂਜਨ ਠਨ ਹੈ। ਕਹਿੰਦਾ ਜੀ ਤੁਹਾਨੂੰ ਹੀ ਮੰਨਦੇ ਆ, ਤੁਹਾਡੀ ਪੂਜਾ ਕਰਦੇ ਆ ਬਸ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਤੁਮਰੀ ਬਾਣੀ ਬਦਨ ਬਖਾਨ ਤੇ ਤੁਹਾਡੀ ਬਾਣੀ ਆਪਣੇ ਮੁਖ ਤੋਂ ਪੜ੍ਹਦੇ ਆ। ਸਿੱਖ ਹੈ ਹੀ ਉਹ ਹੈ ਜਿਹੜਾ ਆਪਣੇ ਗੁਰੂ ਦੀ ਸੁਣੇ, ਗੁਰੂ ਦੀ ਮੰਨੇ ਤੇ ਗੁਰੂ ਦੀ ਪੜ੍ਹੇ। ਐਵੇਂ ਨਾ ਥਾਂ ਥਾਂ ਤੁਰਿਆ ਫਿਰੇ ਜੀ। ਕਹਿਣ ਲੱਗਾ ਜੀ ਸਿੱਖ ਤੁਹਾਡੇ ਹੈ ਤੇ ਸੱਚ ਕਹਿ ਰਿਹਾ। ਕਹਿੰਦਾ ਜੀ ਤੁਹਾਨੂੰ ਮੰਨਦੇ, ਤੁਹਾਨੂੰ ਪੂਜਦੇ, ਤੁਹਾਡੀ ਬਾਣੀ ਪੜ੍ਹਦੇ ਆ। ਹਾਂਜੀ। ਵਾਹਿਗੁਰੂ ਕੋ ਸਿਮਰਨ ਕਰਹਿ। ਤੇ ਤੁਰਦੇ ਫਿਰਦੇ ਵਾਹਿਗੁਰੂ ਇਹ ਸਿਮਰਨ ਕਰਦੇ ਆ। ਹਾਂਜੀ।
ਔਰ ਮਹਿ ਧਿਆਨ ਤੁਮਾਰੋ ਧਰਹਿ। ਤੇ ਜੇ ਅਸੀਂ ਕੋਈ ਗੱਲ ਕਰੀਏ ਤੇ ਉਹ ਧਿਆਨ ਵੀ ਤੁਹਾਡਾ ਹੀ ਧਾਰਦੇ ਆ, ਹੋਰ ਨਹੀਂ ਕੁਝ ਕਰਦੇ ਉਹ। ਹਾਂਜੀ। ਤੀਰਥ ਬੇਦ ਪ੍ਰਭਾਵ ਨ ਜਾਣਿਓ। ਮਹਾਰਾਜ ਤੁਹਾਡੇ ਸਿੱਖ ਨਾ ਤੇ ਤੀਰਥਾਂ ਨੂੰ ਹੀ ਮੰਨਦੇ ਆ, ਨਾ ਵੇਦਾਂ ਦੇ ਪ੍ਰਭਾਵ ਨੂੰ ਮੰਨਦੇ ਆ। ਕਿਸ ਪ੍ਰਕਾਰ ਸਿੱਖਨ ਗਤ ਹੋਵਹਿ। ਤੇ ਮੈਨੂੰ ਕੀ ਨਾ ਇਨਕੋ ਧਰਮ ਸੁਭਾਵ ਨਾ ਮੰਨਿਓ। ਕਹਿਣ ਲੱਗਾ ਇਹਨਾਂ ਦਾ ਸੁਭਾਵ ਤੀਰਥਾਂ ਤੇ ਜਾਣਾ, ਵੇਦ ਪੜ੍ਹਨੇ, ਇਹ ਸੁਭਾਵ ਛੱਡਤਾ ਸਿੱਖਾਂ ਨੇ। ਤੇ ਕਿਸ ਪ੍ਰਕਾਰ ਸਿੱਖਣਗਤ ਹੋਵੇ, ਵੀ ਸਿੱਖਾਂ ਨੂੰ ਦਾ ਕਲਿਆਣ ਕਿਵੇਂ ਹੋਏਗਾ? ਗੱਜ ਕੇ ਆਖੋ ਵਾਹਿਗੁਰੂ। ਹੁਣ ਇਹਨੂੰ ਕਿੰਨੀ ਚਿੰਤਾ ਲੱਗੀ ਜੀ। ਚਿੰਤਾ ਸਾਡੀ ਕਰਨ, ਸਾਡੇ ਗੁਰੂ ਜੀ ਕਰਨ ਜੀ। ਸਗਲ ਚਿੰਤ ਤੁਧ ਪਾਸੇ। ਇਹ ਚਿੰਤਾ ਅਸਲ 'ਚ ਇਹਨੂੰ ਸਿੱਖਾਂ ਦੀ ਨਹੀਂ ਲੱਗੀ ਜੀ, ਇਹਨੂੰ ਚਿੰਤਾ ਆਪਣੀ ਪੂਜਾ ਦੀ ਲੱਗੀ ਹੈ ਜੀ। ਕਹਿਣ ਲੱਗਾ ਜੀ ਸਿੱਖਾਂ ਦਾ ਭਲਾ ਕਿਵੇਂ ਹੋਏਗਾ? ਹਾਂਜੀ। ਜਨਮ ਆਪਨੋ ਨਿਸ਼ਫਲ ਖੋਵਹਿ। ਇਹ ਤੇ ਆਪਣਾ ਜਨਮ ਬਰਬਾਦ ਹੀ ਕਰਨ ਦੇ ਆ। ਗੁਰੂ ਦੇ ਸਿੱਖਾਂ ਬਾਰੇ ਆਖਿਆ ਜੀ। ਹਾਂਜੀ। ਸੁਨ ਸ਼੍ਰੀ ਰਾਮਦਾਸ ਤਬ ਕਹਿਓ। ਸੁਨ ਸ਼੍ਰੀ ਰਾਮਦਾਸ ਤਬ ਕਹਿਓ। ਪਿਆਰ ਨਾਲ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਮਹਾਰਾਜ ਹੁਣ ਉਹਦੀਆਂ ਗੱਲਾਂ ਦਾ ਜਵਾਬ ਦੇਣ ਲੱਗੇ ਜੀ। ਹਾਂਜੀ। ਕੌਣ ਮਹਾਤਮ ਇਨਕੋ ਲਹਿਓ। ਮਹਾਰਾਜ ਕਹਿਣ ਲੱਗੇ ਦੋ ਚੀਜ਼ਾਂ ਦਾ ਤੁਸੀਂ ਜ਼ਿਕਰ ਕੀਤਾ, ਤੀਰਥਾਂ ਦਾ ਤੇ ਵੇਦਾਂ ਦਾ। ਪਹਿਲਾਂ ਤੁਸੀਂ ਦੱਸੋ ਵੀ ਇਹਨਾਂ ਦਾ ਮਹਾਤਮ ਕੀ ਹੈ। ਮਹਾਰਾਜ ਨਾ ਬੜੇ ਅਣਜਾਣ ਜਿਹੇ ਹੋ ਕੇ ਪੁੱਛ ਰਹੇ ਆ। ਕਹਿੰਦੇ ਜੀ ਇਹਨਾਂ ਦਾ ਕੀ ਮਹਾਤਮ ਹੈ। ਹਾਂਜੀ। ਕਰਹਿ ਪ੍ਰੀਤ ਸੋ ਸ਼ਰਧਾ ਧਾਰ। ਕੌਣ ਪਾਏ ਫਲ ਅੰਤੀ ਵਾਰ। ਵੀ ਜਿਹੜਾ ਤੀਰਥਾਂ ਦੇ ਨਾਲ ਪਿਆਰ ਕਰੇਗਾ, ਸ਼ਰਧਾ ਧਾਰੇਗਾ, ਉਸ ਬੰਦੇ ਨੂੰ ਕੀ ਫਲ ਮਿਲੇਗਾ? ਇਹ ਗੁਰੂ ਰਾਮਦਾਸ ਜੀ ਕਹਿ ਰਹੇ ਜੀ। ਹਾਂਜੀ। ਤਪੇ ਕਹਿਓ ਕਰਕੇ ਵਿਸਤਾਰਾ। ਗਿਆਨਵਾਨ ਬੰਦੇ ਨੂੰ ਤੇ ਗਿਆਨ ਘੋਟਣ ਦੀ ਥਾਂ ਮਿਲਣੀ ਚਾਹੀਦੀ ਹੈ। ਤਪਾ ਸ਼ੁਰੂ ਹੋ ਗਿਆ ਜੀ ਮਹਾਰਾਜ ਦੀ ਹਜ਼ੂਰੀ ਵਿੱਚ। ਹਾਂਜੀ। ਤੀਰਥ ਮੱਜਨ ਫਲਦ ਉਦਾਰਾ। ਕਹਿਣ ਲੱਗਾ ਜੀ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦਾ ਬੜਾ ਵੱਡਾ ਫਲ ਹੈਗਾ। ਕਹਿਣ ਲੱਗਾ ਗੱਜ ਕੇ ਆਖੋ ਤੀਰਥਾਂ ਤੇ ਇਸ਼ਨਾਨ ਕਰਨ ਦਾ ਬੜਾ ਵੱਡਾ ਫਲ ਹੈਗਾ ਜੀ। ਹਾਂਜੀ। ਪਾਪ ਖਾਪ ਤੇ ਆਪ ਇਸ਼ਨਾਨੇ। ਮਹਾਰਾਜ ਕਹਿਣ ਲੱਗੇ ਕੋਈ ਖਾਸ ਫਲ ਦੱਸੋ। ਕਹਿੰਦਾ ਜੀ ਇਹਦੇ ਨਾਲ ਪਾਪ ਦੂਰ ਹੁੰਦੇ ਆ। ਇਸ਼ਨਾਨ ਕਰਨ ਨਾਲ ਪਾਪ ਦੂਰ ਹੁੰਦੇ ਆ। ਹਾਂਜੀ। ਕਰਹਿ ਅੰਤ ਕੋ ਸੁਰਗ ਪਿਆਨੇ। ਤੇ ਸੁਰਗ 'ਚ ਵਾਸਾ ਮਿਲਦਾ, ਸਵਰਗ 'ਚ ਥਾਂ ਮਿਲਦੀ ਹੈ। ਅਨੇਕ ਭਾਂਤ ਕੇ ਸੁਖ ਤਹਿ ਪਾਵਹਿ। ਫਿਰ ਸਵਰਗ 'ਚ ਜਾ ਕੇ ਬੜੇ ਤਰੀਕਿਆਂ ਦੇ ਸੁੱਖ ਮਿਲਦੇ ਬੰਦੇ ਨੂੰ ਜੀ। ਹਾਂਜੀ। ਪਠ ਵੇਦਨ ਬ੍ਰਹਮ ਲੋਕ ਸਿਧਾਵਹਿ। ਤੇ ਵੇਦਾਂ ਨੂੰ ਪੜ੍ਹ ਕੇ ਬੰਦਾ ਬ੍ਰਹਮ ਲੋਕ 'ਚ ਚਲੇ ਜਾਂਦਾ ਹੈ। ਗੱਜ ਕੇ ਆਖੋ। ਤੇ ਮਹਾਰਾਜ ਨੇ ਤੇ ਸਾਨੂੰ ਨਾਮ ਨਾਲ ਜੋੜਿਆ ਜੀ। ਹਾਂਜੀ। ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ। ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ। ਹਾਂਜੀ। ਸੁਨ ਸ਼੍ਰੀ ਸਤਿਗੁਰ ਵਾਕ ਬਖਾਨਾ। ਮਹਾਰਾਜ ਗੁਰੂ ਰਾਮਦਾਸ ਸਾਹਿਬ ਤਪੇ ਦੀ ਗੱਲ ਸੁਣ ਕੇ ਅੱਗੋਂ ਬਚਨ ਕੀਤਾ। ਹਾਂਜੀ। ਸੁਰਗ ਭੋਗ ਸੁਖ ਲਹਿਓ ਮਹਾਨਾ। ਮਹਾਰਾਜ ਕਹਿੰਦੇ ਫਿਰ ਸਵਰਗ ਵਿੱਚ ਬੜੇ ਬੜੇ ਮਹਾਨ ਸੁੱਖ ਮਿਲਦੇ ਬੰਦੇ ਨੂੰ। ਸਵਰਗ ਦੇ ਸੁੱਖ ਬਹੁਤ ਵੱਡੇ ਆ। ਕਹਿਣ ਲੱਗੇ। ਹਾਂਜੀ। ਸਾਚ ਜਾਨ ਉਰ ਕਰਹੁ ਉਪਾਇਆ। ਮਹਾ ਕਸ਼ਟ ਤੇ ਲਿਹੋ ਤਿਨ ਪਾਇਆ। ਮਹਾਰਾਜ ਕਹਿੰਦੇ ਸਵਰਗ ਦੇ ਸੁੱਖਾਂ ਨੂੰ ਹੀ ਬੰਦਾ ਸੱਚ ਸਮਝੇ। ਜ਼ਿੰਦਗੀ ਮਿਲੀ ਹੈ, ਇਹ ਸੋਚੇ ਵੀ ਮੈਂ ਸਵਰਗ ਦੇ ਸੁੱਖ ਲੈਣੇ ਆ, ਇਹਨਾਂ ਵਾਸਤੇ ਯਤਨ ਕਰਦਾ ਰਵੇ ਜੀ। ਹਾਂਜੀ। ਸੋ ਸਭ ਸੰਤਨ ਮਿਥਿਆ ਜਾਣੇ। ਮਹਾਰਾਜ ਕਹਿੰਦੇ ਫਿਰ ਤਪਾ ਜੀ ਸੁਣ ਲਓ, ਇਹ ਜਿਹੜੇ ਤੁਹਾਡੇ ਸੁੱਖ ਹੈਗੇ ਸੰਤ ਇਹਨਾਂ ਸੁੱਖਾਂ ਨੂੰ ਝੂਠੇ ਸਮਝਦੇ ਆ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਦੀ ਬਾਣੀ ਕਹਿੰਦੀ ਭਈ ਪ੍ਰਾਪਤ ਮਾਨੁਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ
ਬਰੀਆ ਸਵਰਗ ਦੇ ਸੁੱਖਾਂ ਲਈ ਸਰੀਰ ਮਿਲਿਆ ਜੀ? ਨਹੀਂ, ਰੱਬ ਨਾਲ ਮਿਲਾਪ ਹੋਵੇ ਸਵਰਗ ਤੇ ਬਹੁਤ ਥੱਲੇ ਦੀ ਚੀਜ਼ ਹੈਗੀ ਹੈ ਜੀ। ਹਾਂਜੀ, ਕਿਉਂ ਸੰਕਟ ਤਿਨ ਹਿਤ ਕਰ ਠਾਨੇ। ਸੰਤ ਸਵਰਗ ਦੇ ਸੁੱਖਾਂ ਨੂੰ ਸਭ ਕੁਝ ਨਹੀਂ ਮੰਨਦੇ, ਝੂਠਾ ਮੰਨਦੇ, ਇਸ ਕਰਕੇ ਉਹ ਇਹਨਾਂ ਕੰਮਾਂ 'ਚ ਨਹੀਂ ਪੈਂਦੇ। ਸਤ ਸੰਗਤ ਸੇਵਹੁ ਤੁਮ ਨਾਹੀ। ਜੇ ਕਰਨਾ ਹੀ ਹੈ ਕੋਈ ਤੇ ਸਾਧ ਸੰਗਤ ਦੀ ਸੇਵਾ ਕਰੋ। ਸਤ ਸੰਗਤ ਤੁਸੀਂ ਉਹ ਤਾਂ ਤੁਸੀਂ ਸੇਵਦੇ ਨਹੀਂ ਹੋ, ਮਹਾਰਾਜ ਕਹਿਣ ਲੱਗੇ। ਹਾਂਜੀ, ਕਿਉਂ ਸੁਖ ਤਿਨਹੁ ਲਖਹੁ ਮਨ ਮਾਹੀ। ਤੇ ਮਹਾਰਾਜ ਕਹਿਣ ਲੱਗੇ ਜੋ ਸੁਖ ਸਾਧ ਸੰਗਤ ਦੀ ਸੇਵਾ ਵਿੱਚ ਹੈਗਾ ਨਾ, ਉਹ ਤੁਹਾਡੇ ਸਵਰਗ ਦੇ ਰਾਜ ਵਿੱਚ ਵੀ ਨਹੀਂ ਹੈਗਾ ਜੀ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਗੁਰੂ ਰਾਮਦਾਸ ਜੀ ਕਹਿ ਰਹੇ ਜੀ। ਸਤਿ ਵਸਤ ਤੁਮ ਲਖੀ ਨਾ ਕੈਸੇ। ਅਸਲ ਵਿੱਚ ਤਪਾ ਜੀ ਜਿਹੜੀ ਵਸਤੂ ਸੱਚੀ ਹੈ ਉਹਨੂੰ ਤੇ ਤੁਸੀਂ ਸਮਝ ਨਹੀਂ ਸਕੇ ਜੀ। ਸੱਚੀ ਗੱਲ ਹੈ, ਇਸ ਕੰਮ ਕਰਨ 'ਚ ਲਾਭ ਹੀ ਲਾਭ ਹੈ, ਫਾਇਦਾ ਫਾਇਦਾ ਜੀ। ਇਸ ਕੰਮ 'ਚ ਬੰਦਾ ਢਿੱਲਾ ਜੀ ਹੋਣਾ, ਨਾਮ ਜਪ ਲੋ, ਕਥਾ ਕਰ ਸੁਣ ਲਓ ਜੀ, ਬੜਾ ਢਿੱਲਾ ਜੀ ਬੰਦਾ ਜੀ। ਮਹਾਰਾਜ ਕਹਿੰਦੇ ਅਸਲ ਕੰਮ ਤੇ ਤੁਸੀਂ ਜਾਣਿਆ ਨਹੀਂ। ਹਾਂਜੀ, ਚੱਕਰਵਰਤ ਸੁਖ ਰੰਕ ਨਾ ਜੈਸੇ। ਤੇ ਚੇਤਾ ਰੱਖਿਓ ਜਿਵੇਂ ਚੱਕਰਪਰਤੀ ਰਾਜਾ ਪ੍ਰਜਾ ਦੇ ਸੁੱਖ ਨੂੰ ਜਾਣਦਾ ਹੀ ਨਹੀਂ ਹੈ ਵੀ ਮੈਂ ਰਾਜਾ ਬਣਿਆ ਲੋਕਾਂ ਨੂੰ ਸੁੱਖ ਦੇਣਾ, ਉਹਨੂੰ ਪਤਾ ਹੀ ਨਹੀਂ ਤੇ ਕਾਹਦਾ ਰਾਜਾ ਉਹ, ਕਾਹਦੇ ਤੁਸੀਂ ਗਿਆਨੀ ਧਿਆਨੀ 'ਚ ਜੇ ਤੁਹਾਨੂੰ ਅਸਲੀ ਕੰਮ ਦਾ ਹੀ ਨਹੀਂ ਪਤਾ ਲੱਗਾ ਜੀ। ਸੁਨੋ ਰੇ ਤੂੰ ਕੌਣ ਕਹਾਂ ਤੇ ਆਇਓ। ਮਹਾਰਾਜ ਦੀ ਬਾਣੀ, ਮਹਾਰਾਜ ਕਹਿੰਦੇ ਤੂੰ ਕੌਣ ਹੈ, ਕਿੱਥੋਂ ਆਇਆ, ਇਸ ਗੱਲ ਦੀ ਸੋਝੀ ਰੱਖਿਆ ਕਰ। ਬ੍ਰਿਥਾ ਦੋਸ਼ ਮਮ ਸਿੱਖਿਆਨ ਦੀਨਸ। ਉਹ ਮਹਾਰਾਜ ਕਹਿੰਦੇ ਆਪ ਤੂੰ ਸਵਰਗ ਦੇ ਸੁੱਖਾਂ 'ਚ ਪਿਆ ਭਾਈ ਗੁਰਮੁਖਾ, ਤੇ ਦੋਸ਼ ਸਾਡੇ ਸਿੱਖਾਂ ਦਾ ਕੱਢਦਾ ਹੈ ਵੀ ਇਹ ਨਹੀਂ ਕੁਝ ਕਰਦੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਤਤ ਵਸਤ ਕੋ ਭੇਦ ਨਾ ਚੀਨਸ। ਤਤ ਵਸਤੂ ਦਾ ਭੇਦ ਨਹੀਂ ਤੂੰ ਜਾਣਿਆ। ਹਾਂਜੀ, ਸਕਲ ਜਨਮ ਤੈ ਕੀਨ ਬਤੀਤ। ਸਾਰਾ ਜਨਮ ਤੂੰ ਬਤੀਤ ਕਰ ਲਿਆ, ਬਜ਼ੁਰਗ ਹੋ ਗਿਆ। ਹਾਂਜੀ, ਮਿਲਿਓ ਨਾ ਗੁਰ ਨਹਿ ਆਏ ਪ੍ਰਤੀਤ। ਪਰ ਅਜੇ ਤੱਕ ਤੈਨੂੰ ਗੁਰੂ ਨਹੀਂ ਮਿਲਿਆ, ਤੈਨੂੰ ਭਰੋਸਾ ਨਹੀਂ ਬੱਝਾ ਵੀ ਤੂੰ ਕੀ ਕਰਨ ਆਇਆ ਜੀ। ਸੰਗਤ ਜੀ ਜਿਨ੍ਹਾਂ ਦੇ ਭਾਗ ਚੰਗੇ ਹੋਣ ਨਾ, ਉਹਨਾਂ ਨੂੰ ਜ਼ਿੰਦਗੀ 'ਚ ਮੌਕਾ ਮਿਲ ਜਾਂਦਾ, ਉਹ ਗੁਰੂ ਦੀ ਹਜ਼ੂਰੀ 'ਚ ਆ ਜਾਂਦੇ ਜੀ। ਅੱਜ ਇੱਕ ਗੁਰਮੁਖ ਪਿਆਰੇ ਬਾਹਰਲੇ ਦੇਸ਼ ਰਹਿੰਦੇ ਤੇ ਫੋਨ ਤੇ ਗੱਲ ਹੋ ਰਹੀ ਸੀ ਉਹਨਾਂ ਨਾਲ, ਕਥਾ ਸੁਣਦੇ ਤੇ ਕਥਾ ਸੁਣ ਕਹਿੰਦੇ ਸਾਨੂੰ ਸੋਝੀ ਹੋਈ ਵੀ ਨਾਮ ਜਪਣਾ, ਰੋਜ਼ ਸਵੇਰੇ 1 ਘੰਟਾ ਨਾਮ ਜਪਦੇ ਜੀ ਉਹ ਜੀ। ਉਹ ਕਹਿਣ ਲੱਗੇ ਜੀ ਪਹਿਲੀ ਜ਼ਿੰਦਗੀ ਤੇ ਐਵੇਂ ਹੀ ਲੰਘ ਗਈ, ਪਤਾ ਹੋਣ ਲੱਗਾ ਤੇ ਜ਼ਿੰਦਗੀ ਅੱਧੀ ਜ਼ਿਆਦਾ ਲੰਘ ਗਈ ਹੈ। ਕਹਿਣ ਲੱਗੇ ਅੱਧੀਓਂ ਜ਼ਿਆਦਾ ਲੰਘ ਗਿਆ। ਜਿਹੜੇ ਨੌਜਵਾਨ ਬੈਠੇ ਆ ਵਿੱਚ ਬੜੇ ਭਾਗਾਂ ਵਾਲੇ ਆ, ਜਿਨ੍ਹਾਂ ਨੂੰ ਹੁਣੇ ਹੀ ਪਤਾ ਲੱਗ ਰਿਹਾ ਵੀ ਕੀ ਕਰਨਾ ਕੀ ਨਹੀਂ ਕਰਨਾ ਜੀ। ਮਹਾਰਾਜ ਕਹਿਣ ਲੱਗੇ ਉਮਰ ਸਾਰੀ ਲੰਘਾ ਲਈ। ਹਾਂਜੀ, ਔਰ ਮਹਿ ਗਰਭ ਧਰਿਓ ਦਿੜ ਕੂਰਾ। ਤੇ ਉਲਟਾ ਰੱਬ ਦੇ ਰੰਗ ਵਿੱਚ ਨਹੀਂ ਰੰਗਿਆ ਤੂੰ। ਸਕਲ ਜਨਮ ਤੈ ਕੀਨ ਬਤੀਤ, ਮਿਲਿਓ ਨਾ ਗੁਰ ਨਹਿ ਆਏ ਪ੍ਰਤੀਤ। ਜੰਗਮ ਤੀਰਥ ਅਤ ਸਤ ਸੰਗ, ਤਿਸ ਕੋ ਮਿਲਿਓ ਨਹਿ ਲਹਿ ਹਰ ਰੰਗ। ਨਾ ਮਹਾਰਾਜ ਕਹਿੰਦੇ ਜੰਗਮ ਤੂੰ ਬਣਿਆ। ਹਾਂਜੀ, ਗੱਜ ਕੇ ਆਖੋ ਭਗਵੇਂ ਬਸਤਰ ਤੂੰ ਪਾਏ ਐ। ਪਰ ਮਹਾਰਾਜ ਕਹਿਣ ਲੱਗੇ ਸਾਧੂਆਂ ਨੂੰ ਨਹੀਂ ਮਿਲਿਆ, ਸਤ ਸੰਗ ਨਹੀਂ ਤੂੰ ਕੀਤਾ, ਜਿਹਦੇ ਕਰਕੇ ਤੇਰੇ ਮਨ ਨੂੰ ਰੱਬ ਦੇ ਨਾਮ ਦਾ ਰੰਗ ਨਹੀਂ ਲੱਗਾ। ਉਲਟਾ ਮਨ ਵਿੱਚ ਤੂੰ ਹੰਕਾਰ ਰੱਖਿਆ ਵੀ ਮੈਂ ਬੜਾ ਵੱਡਾ ਹੈਗਾ। ਹਾਂਜੀ, ਔਰ ਮਹਿ ਗਰਭ ਧਰਿਓ ਦਿੜ ਕੂਰਾ। ਝੂਠਾ ਹੀ ਮਾਣ ਹੰਕਾਰ ਬੰਦੇ ਦਾ ਜੀ, ਝੂਠਾ ਹੀ ਜੀ। ਹਾਂਜੀ, ਤਬਹਿ ਮਿਟਹਿ ਮਿਲਹਿ ਗੁਰ ਪੂਰਾ। ਤੇ ਮਹਾਰਾਜ ਕਹਿਣ ਲੱਗੇ ਇਹ ਉਦੋਂ ਮਿਟਣਾ ਹੀ ਜਦੋਂ ਤੈਨੂੰ ਪੂਰਾ ਗੁਰੂ ਮਿਲ ਗਿਆ। ਜਿੰਨਾ ਚਿਰ ਤੱਕ ਪੂਰਾ ਗੁਰੂ ਨਹੀਂ ਮਿਲਦਾ ਉਹਨਾਂ ਚਿਰ ਤੱਕ ਤੂੰ ਭਟਕਦਾ ਰਹਿਣਾ ਜੀ। ਉਹ ਤਪਾ ਆਇਆ ਤੁਸੀਂ ਟੌਰ ਬਣਾਉਣ ਵਾਸਤੇ ਜੀ। ਹਾਂਜੀ, ਮਹਾਰਾਜ ਨੇ ਆਉਂਦਿਆਂ ਨੂੰ ਹਵਾ ਹੀ ਕੱਢ ਦਿੱਤੀ ਸਾਰੀ ਦੀ ਉਹਦੀ ਜੀ।
ਉਹਨੂੰ ਸ਼ੀਸ਼ਾ ਵਿਖਾ ਦਿੱਤਾ ਜੀ ਵੀ ਤੂੰ ਕਿੱਥੇ ਖਲੋਤਾ ਹੈ, ਤੂੰ ਤੇ ਸੁੱਖਾਂ ਦੇ ਮਗਰ ਲੱਗਾ ਪਿਆ ਵੀ ਸਵਰਗ ਦੇ ਸੁੱਖ ਮਿਲ ਜਾਣਗੇ, ਮਰ ਕੇ ਸਵਰਗ ਦੇ ਸੁੱਖਾਂ ਲੈਣ ਵਾਸਤੇ ਜ਼ਿੰਦਗੀ ਕਿਉਂ ਖਰਾਬ ਕਰਦਾ। ਮਹਾਰਾਜ ਕਹਿੰਦੇ ਸਾਧ ਸੰਗਤ ਦੀ ਸੇਵਾ ਕਰ, ਨਾਮ ਜਪ, ਸੱਚਖੰਡ ਵਿੱਚ ਜਾਏਗਾ। ਕਹਿਣ ਲੱਗੇ ਪਰਮੇਸ਼ਰ ਨਾਲ ਮਿਲਾਪ ਹੋਏਗਾ ਜੀ। ਉਹ ਪਤਾ ਕੀ ਗੱਲ ਹੁੰਦੀ ਜੀ, ਸਾਧ ਸੰਗਤ ਜੀ, ਜਿੰਨੇ ਕੁ ਬੰਦਾ ਧਰਮ ਦੇ ਕੰਮ ਕਰਦਾ, ਨੇਮ ਕਰਦਾ, ਫਲ ਕਰਦਾ, ਉਹ ਸਵਰਗ ਦੇ ਸੁੱਖ ਓਨਾ ਸਮਾਂ ਮਿਲਦੇ ਆ। ਜਦੋਂ ਉਹ ਪੁੰਨ ਖਤਮ ਹੋ ਗਏ, ਬੰਦਾ ਫਿਰ ਧਰਤੀ ਤੇ ਡਿੱਗਦਾ ਆ ਕੇ ਜੀ, ਫਿਰ ਜਨਮ ਹੀ ਹੋਣਾ ਪੈਂਦਾ ਜੀ। ਤੇ ਜਨਮ ਮਰਨ ਦਾ ਚੱਕਰ ਨਹੀਂ ਜੇ ਮੁੱਕਦਾ। ਇਹ ਜਨਮ ਮਰਨ ਦਾ ਚੱਕਰ ਉਦੋਂ ਮੁੱਕਦਾ ਹੈ ਜਦੋਂ ਵਾਹਿਗੁਰੂ ਜੀ ਦੇ ਨਾਲ ਬੰਦੇ ਦਾ ਮਿਲਾਪ ਹੋ ਜਾਂਦਾ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿੰਨਾ ਚਿਰ ਤੱਕ ਰੱਬ ਨਾਲ ਮਿਲਾਪ ਨਹੀਂ ਨਾ ਹੁੰਦਾ ਜੀ, ਇਹ ਖੇਡ ਚੱਲਦੀ ਰਹਿਣੀ ਹੈ। ਹਾਂ, ਮਹਾਰਾਜ ਤਰਸ ਕਰ ਲੈਣ ਤੇ ਗੱਲ ਵੱਖਰੀ ਹੈ। ਸੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ। ਸਾਨੂੰ ਉਹਨਾਂ ਜੋਗੀਆਂ ਜੰਗਮਾਂ ਫਿਰ ਐਸੇ ਤਪਿਆਂ ਦੇ ਨੇੜੇ ਨਾ ਹੀ ਲਾਉਣ, ਆਪਣੇ ਚਰਨਾਂ ਵਿੱਚ ਰੱਖਣ ਜੀ, ਚਰਨਾਂ ਵਿੱਚ ਰੱਖਣ। ਅਜੇ ਮਹਾਰਾਜ ਉਹਨੂੰ ਹੋਰ ਉਪਦੇਸ਼ ਦੇਣਗੇ, ਉਹ ਆਪਾਂ ਅਗਲੇ ਦਿਨਾਂ 'ਚ ਸਰਵਣ ਕਰਾਂਗੇ। ਕੱਲ੍ਹ ਨੂੰ ਮਹਾਰਾਜ ਕਿਰਪਾ ਕਰਨ। ਆਓ 2 ਮਿੰਟ ਗੁਰਮੰਤਰ ਦਾ ਜਾਪ ਕਰ ਲਈਏ, ਫਿਰ ਖਿਮਾ ਮੰਗੀਏ। ਵਾਹਿਗੁਰੂ ਵਾਹਿਗੁਰੂ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਗੱਜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ